हेलो स्टूडेंट्स, आई एम हनीश बंसल, आई एम योर बिजनेस स्टडी लेक्चरर। कैसे हैं आप सब? आई होप सब ठीक होंगे। तो ध्यान से सुनिए स्टूडेंट्स, ਅੱਜ ਆਪਾਂ ਪਹਿਲਾ ਚੈप्टर ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ। ਇਹਦੇ ਵਿੱਚ ਦੇਖੋ, ਇਹ ਬਿਜ਼ਨਸ ਸਟੱਡੀ +2 ਕਮਰਸ ਦੀ ਕਲਾਸ ਚੱਲ ਰਹੀ ਹੈ ਅਤੇ ਪਹਿਲਾ ਚੈਪਟਰ ਕਰ ਰਹੇ ਹਾਂ ਆਪਾਂ ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ। ਹੁਣ ਇਹ ਚੈਪਟਰ ਦੇ ਵਿੱਚ ਕੀ ਹੈ ਸਟੂਡੈਂਟ, ਇਹਦੇ ਵਿੱਚ ਆਪਣੇ ਚੈਪਟਰ 'ਚ ਆ ਸਾਰੇ ਕੰਟੈਂਟਸ ਦਿੱਤੇ ਹੋਏ ਨੇ। ਇਹਦੇ ਵਿੱਚ ਆਪਣੇ ਆਹ ਟੌਪਿਕਸ ਪੜ੍ਹਨੇ ਨੇਗੇ, ਜਿਹਦੇ ਵਿੱਚ ਕੀ ਹੋਏਗਾ, ਮੋਡਰਨ ਕੰਸੈਪਟ ਆਫ ਮੈਨੇਜਮੈਂਟ, ਮੀਨਿੰਗ ਆਫ ਮੈਨੇਜਮੈਂਟ, ਕਰੈਕਟਰਿਸਟਿਕਸ, ਫੀਚਰਸ, ਆਬਜੈਕਟਿਵ, ਇੰਪੋਰਟੈਂਟ, ਨੇਚਰ, ਲੈਵਲ, ਫੰਕਸ਼ਨ ਐਂਡ ਕੋਆਰਡੀਨੇਸ਼ਨ। ਅੱਗੇ ਦੇਖੋ ਸਟੂਡੈਂਟਸ, ਹੁਣ ਆਪਾਂ ਸਟਾਰਟ ਕਰ ਰਹੇ ਹਾਂ ਇੰਟਰੋਡਕਸ਼ਨ ਦੇ ਵਿੱਚ ਕੀ ਆ, ਦੇਖੋ ਕੋਈ ਵੀ ਆਰਗੇਨਾਈਜੇਸ਼ਨ ਸਕਸੈਸਫੁਲ ਨਹੀਂ ਹੋ ਸਕਦੀ ਅਤੇ ਗੋਲ ਅਚੀਵ ਨਹੀਂ ਕਰ ਸਕਦੀ ਵਿਦਆਊਟ ਮੈਨੇਜਮੈਂਟ ਤੋਂ। ਮੈਨੇਜਮੈਂਟ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹਦੇ ਵਿੱਚ ਆਪਾਂ ਨੂੰ ਇਹ ਤਰੀਕੇ ਪਤਾ ਲੱਗਦੇ ਨੇਗੇ ਕਿ ਆਪਾਂ ਨੇ ਕੰਮ ਕਿਵੇਂ ਕਰਨਾ, ਕਿਸ ਤਰੀਕੇ ਨਾਲ ਆਪਣੇ ਗੋਲ ਅਚੀਵ ਕਰਨੇ ਨੇ, ਮੈਨੇਜਮੈਂਟ ਸਿਖਾਉਂਦਾ ਹੈ। ਠੀਕ ਹੈ, ਤਾਂ ਇਹ ਚੈਪਟਰ ਦਾ ਨਾਮ ਵੀ ਇਹੀ ਹੈ, ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ। ਹੁਣ ਦੇਖੋ ਇਹਦੇ ਵਿੱਚ ਕੀ ਹੈ, ਇੱਕ ਜਿਹੜਾ ਆਰਗੇਨਾਈਜੇਸ਼ਨ ਹੁੰਦਾ ਉਹ ਬਿਗ ਵੀ ਹੁੰਦਾ, ਸਮਾਲ ਵੀ ਹੁੰਦਾ, ਜਿਨ੍ਹਾਂ ਦਾ ਮਕਸਦ ਪ੍ਰੋਫਿਟ ਔਰ ਨੋਨ ਪ੍ਰੋਫਿਟ ਸਰਵਿਸਿਜ਼ ਦੇਣਾ ਵੀ ਹੁੰਦਾ। ਠੀਕ ਹੈ, ਹੁਣ ਬਿਜ਼ਨਸ ਦੇ ਬਹੁਤ ਸਾਰੇ ਗੋਲਸ ਹੁੰਦੇ ਨੇ, ਪਰ ਉਹ ਡਿਸੀਜ਼ਨ ਜਿਹੜਾ ਮੈਨੇਜਰ ਹੁੰਦਾ ਨਾ, ਉਹਨੇ ਉਹ ਗੋਲ ਨੂੰ ਅਚੀਵ ਕਰਨ ਲਈ ਕਿਵੇਂ ਕੰਮ ਕਰਨਾ, ਕਿਸ ਤਰੀਕੇ ਨਾਲ ਕੰਮ ਕਰਨਾ, ਕਿਹੜੀ ਜਗ੍ਹਾ 'ਤੇ ਕੀ ਕੰਮ ਕਰੂ, ਕਿੰਨੇ ਰਿਸੋਰਸਿਸ ਲੱਗਣਗੇ ਅਤੇ ਕਿਵੇਂ ਮੈਨੇਜਮੈਂਟ ਇਫੈਕਟਿਵ ਰਹੇਗੀ, ਕਿਵੇਂ ਐਫੀਸ਼ੀਐਂਟ ਰਹੇਗੀ, ਇਹ ਸਾਰੀ ਚੀਜ਼ਾਂ ਕੀ ਹੈ ਆਪਾਂ ਨੂੰ ਮੈਨੇਜਮੈਂਟ ਦੁਆਰਾ ਪਤਾ ਲੱਗਦੀਆਂ ਨੇਗੀਆਂ। ਠੀਕ ਹੈ, ਜਿਹੜੀ ਮੈਨੇਜਮੈਂਟ ਹੈ ਆਪਾਂ ਨੂੰ ਪਰਫੋਰਮਡ ਕਰਨਾ ਦੱਸਦੀ ਹੈ ਕਿ ਕਿਵੇਂ ਆਰਗੇਨਾਈਜੇਸ਼ਨ ਦੇ ਵਿੱਚ ਆਪਣੇ ਓਬਜੈਕਟਿਵਸ ਹੈ ਉਹ ਅਚੀਵ ਹੋ ਸਕਣ। ਇਹਦੇ ਵਿੱਚ ਬਹੁਤ ਸਾਰੇ ਰਿਕਰੂਟ ਕਰਦੇ ਆ, ਇੰਪਲੋਈ ਸਿਲੈਕਟ ਕਰਦੇ ਆ, ਫਿਰ ਇੰਪਲੋਈ ਮਤਲਬ ਉਹਨਾਂ ਨੂੰ ਵਧੀਆ ਸਹੀ ਜਗ੍ਹਾ 'ਤੇ ਲਗਾਉਂਦੇ ਆ, ਫਿਰ ਉਹਨਾਂ ਤੋਂ ਆਪਾਂ ਕੰਮ ਲੈਂਦੇ ਹਾਂ। ਠੀਕ ਹੈ, ਪੂਰੀ ਪਲੈਨਿੰਗ ਕਰਕੇ ਸਾਰਾ ਸਿਸਟਮ ਚੱਲਦਾ ਹੈ ਅਤੇ ਇਹ ਸਾਰਾ ਮੈਨੇਜਮੈਂਟ ਦੇ ਵਿੱਚ ਆਉਂਦਾ ਹੈ। ਇਹ ਆਪਾਂ ਨੇ ਇੰਟਰੋਡਕਸ਼ਨ ਪੜ੍ਹ ਲਈ। ਅੱਗੇ ਦੇਖਦੇ ਹਾਂ ਸਟੂਡੈਂਟਸ, ਅੱਗੇ ਦੇਖੋ ਸਟੂਡੈਂਟਸ, ਮਾਡਰਨ ਕੰਸੈਪਟ ਕੀ ਹੈ ਮੈਨੇਜਮੈਂਟ ਦੇ, ਮੀਨਿੰਗ ਆਫ ਮੈਨੇਜਮੈਂਟ, ਮਾਡਰਨ ਕੰਸੈਪਟ ਕੀ ਨੇਗੇ ਮੈਨੇਜਮੈਂਟ ਦੇ। ਉਹਦੇ ਵਿੱਚ ਦੇਖੋ ਸਟੂਡੈਂਟ ਕੀ ਹੈ, ਦੇਖੋ ਮਾਡਰਨ ਕੰਸੈਪਟ ਦੇ ਵਿੱਚ ਦੇਖੋ, ਮੈਨੇਜਮੈਂਟ ਇਜ਼ ਅ ਪ੍ਰੋਸੈਸ ਆਫ ਗੈਟਿੰਗ ਥਿੰਗ ਡਨ ਵਿਦਇਨ ਦਾ ਏਮ ਆਫ ਅਚੀਵਿੰਗ ਗੋਲਸ ਐਫੀਸ਼ੀਐਂਟਲੀ ਔਰ ਇਫੈਕਟਿਵਲੀ। ਹੁਣ ਦੇਖੋ, ਜੇਕਰ ਜਿਹੜੇ ਮੈਨੇਜਮੈਂਟ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹੜਾ ਆਪਾਂ ਨੂੰ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਕੀ ਕਰਦਾ, ਹੈਲਪ ਕਰਦਾ, ਪਰ ਉਹ ਕਿਸ ਤਰੀਕੇ ਨਾਲ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ। ਹੁਣ ਇਹ ਡੈਫੀਨੇਸ਼ਨ ਦੇ ਵਿੱਚ ਇੱਕ ਪ੍ਰੋਸੈਸ ਵਰਡ ਹੈ, ਇੱਕ ਹੈਗੀ ਹੈ ਇਫੈਕਟਿਵਨੈਸ, ਇੱਕ ਹੈਗਾ ਐਫੀਸ਼ੀਐਂਸੀ। ਹੁਣ ਧਿਆਨ ਨਾਲ ਸੁਣੋ, ਮੈਨੇਜਮੈਂਟ ਇਜ਼ ਅ ਪ੍ਰੋਸੈਸ ਆਫ ਗੈਟਿੰਗ ਥਿੰਗ, ਇੱਕ ਇਹੋ ਜਿਹਾ ਪ੍ਰੋਸੈਸ ਹੈ ਜੋ ਆਪਾਂ ਨੂੰ ਕੋਈ ਚੀਜ਼ ਗੈਟ ਕਰਨ ਦੇ ਵਿੱਚ ਅਤੇ ਡਨ ਕਰਨ ਦੇ ਵਿੱਚ ਅਤੇ ਏਮ ਆਰਗੇਨਾਈਜੇਸ਼ਨ ਦੇ ਗੋਲ ਅਚੀਵ ਕਰਨ 'ਚ ਹੈਲਪ ਕਰਦਾ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ। ਕਲੀਅਰ ਗੱਲ। ਹੁਣ ਇਹਦੇ ਵਿੱਚ ਆਪਾਂ 3 ਵਰਡ ਪੜ੍ਹਾਂਗੇ, ਪ੍ਰੋਸੈਸ, ਇਫੈਕਟਿਵਨੈਸ ਅਤੇ ਐਫੀਸ਼ੀਐਂਸੀ। ਹੁਣ ਜਿਹੜਾ ਪ੍ਰੋਸੈਸ ਹੁੰਦਾ, ਪ੍ਰੋਸੈਸ ਕੀ ਹੈ, ਇੱਕ ਸਟੈਪ ਹੁੰਦਾ। ਸਟੈਪ ਦਾ ਮਤਲਬ ਕੀ ਹੈ, ਆਪਾਂ ਜਿਵੇਂ ਆਪਾਂ ਪੌੜੀ ਚੜ੍ਹਦੇ ਹਾਂ ਕਿ ਹਾਂ ਇਸ ਪੌੜੀ ਤੋਂ ਬਾਅਦ ਇਹ ਪੌੜੀ ਆਊਗੀ, ਫਿਰ ਇਸ ਤੋਂ ਬਾਅਦ ਇਹ ਪੌੜੀ ਆਊਗੀ, ਐਵੇਂ ਕੀ ਹੁੰਦਾ, ਮੈਨੇਜਮੈਂਟ ਦੇ ਪ੍ਰੋਸੈਸ ਹੁੰਦੇ ਨੇ। ਪਹਿਲਾਂ ਆਪਾਂ ਕੀ ਕਰਦੇ ਹਾਂ, ਮੈਨੇਜਮੈਂਟ ਨੂੰ ਕਰਨ ਲਈ ਪਹਿਲਾਂ ਪਲੈਨਿੰਗ ਕਰਦੇ ਹਾਂ, ਫਿਰ ਔਰਗਨਾਈਜ਼ਿੰਗ ਕਰਦੇ ਹਾਂ, ਫਿਰ ਸਟਾਫਿੰਗ ਕਰਦੇ ਹਾਂ, ਫਿਰ ਡਾਇਰੈਕਟਿੰਗ ਕਰਦੇ ਹਾਂ, ਫਿਰ ਕੰਟਰੋਲਿੰਗ ਕਰਦੇ ਹਾਂ। ਇਸ ਤਰੀਕੇ ਨਾਲ ਇੱਕ ਪ੍ਰੋਸੈਸ ਬਣਿਆ ਹੋਇਆ ਜੋ ਮੈਨੇਜਮੈਂਟ ਦੇ ਸਿਸਟਮ ਨੂੰ ਪੂਰਾ ਕਰਨ ਦੇ ਵਿੱਚ ਕੀ ਹੈ, ਹੈਲਪਫੁਲ ਹੁੰਦਾ ਹੈ। ਇਹਨੂੰ ਬੋਲਦੇ ਨੇ ਫੰਕਸ਼ਨ ਆਫ ਮੈਨੇਜਮੈਂਟ। ਅੱਗੇ ਆ ਜਾਂਦਾ ਦੇਖੋ ਇਫੈਕਟਿਵਨੈਸ। ਇਫੈਕਟਿਵਨੈਸ ਕੀ ਹੁੰਦਾ, ਇਫੈਕਟਿਵਨੈਸ ਦਾ ਸਿੰਪਲ ਜਿਹਾ ਮੀਨਿੰਗ ਸਮਝੋ ਕਿ it is a concerned with doing the right task, completing activity and achieving goals. In other words, it is a concerned with the end result. Being effective or doing work efficiently means finishing the given task or achieving the goal. ਠੀਕ ਹੈ, ਹੁਣ ਇਹ ਇੱਕ ਅਜਿਹਾ ਟਾਸਕ ਹੈ ਜੋ ਰਾਈਟ ਵੇ 'ਤੇ ਚੱਲਦਾ ਹੈ। ਇਹਦੇ ਵਿੱਚ ਆਪਾਂ ਨੇ ਆਰਗੇਨਾਈਜੇਸ਼ਨ ਦੇ ਜਿਹੜੇ ਗੋਲਸ ਹੁੰਦੇ ਨੇਗੇ ਉਹ ਆਪਾਂ ਨੇ ਕੀ ਕਰਨਾ ਹੁੰਦਾ, ਅਚੀਵ ਕਰਨੇ ਹੀ ਹੁੰਦੇ ਨੇਗੇ। ਅਤੇ ਆਪਾਂ ਨੂੰ ਕੀ ਹੈ, ਇਹਦੇ ਵਿੱਚ ਕੀ ਹੈ, ਆਪਾਂ ਨੇ ਸਾਰੀ ਇਫੈਕਟਿਵਨੈਸ ਲਗਾਉਣੀ ਹੁੰਦੀ ਹੈ, ਆਪਾਂ ਨੇ ਟਾਸਕ ਨੂੰ ਕੰਪਲੀਟ ਕਰਨਾ ਹੀ ਕਰਨਾ ਹੁੰਦਾ। ਪਰ ਜਿਹੜੀ ਐਫੀਸ਼ੀਐਂਸੀ ਹੁੰਦੀ ਹੈ, ਐਫੀਸ਼ੀਐਂਸੀ ਦੇ ਵਿੱਚ ਕੀ ਹੁੰਦਾ, ਇਟ ਇਜ਼ ਰੈਫਰ ਟੂ ਡੂ ਦਾ ਟਾਸਕ ਇਨ ਦਾ ਰਾਈਟ ਵੇ। ਇੱਦਾਂ ਦੇਖੋ, ਇਹ ਕੀ ਹੈ, ਡੂਇੰਗ ਦਾ ਰਾਈਟ ਟਾਸਕ, ਇੱਥੇ ਵਰਡ ਲਿਖਿਆ ਹੋਇਆ ਰਾਈਟ ਟਾਸਕ। ਇਹ ਟਾਸਕ ਨੂੰ ਕੰਪਲੀਟ ਕਰਨ ਦੇ ਵਿੱਚ ਹੈਲਪ ਕਰਦਾ, ਇਹ ਰਾਈਟ ਵੇ ਦੇ ਵਿੱਚ ਚੱਲਦਾ ਵਿਦ ਮਿਨੀਮਮ ਕੋਸਟ ਐਂਡ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਜਿਹੜਾ ਮਤਲਬ ਤੀਸਰਾ ਪੁਆਇੰਟ ਹੈ
ਉਹ ਇਹ ਗੱਲ ਕਹਿ ਰਿਹਾ ਹੈ ਕਿ ਆਪਣੇ ਆਰਗੇਨਾਈਜੇਸ਼ਨ ਦੇ ਜਿਹੜੇ ਗੋਲਸ ਨੇ ਉਹ ਤਾਂ ਅਚੀਵ ਕਰਨੇ ਹੀ ਕਰਨੇ ਨੇਗੇ, ਨਾਲ ਹੀ ਆਪਾਂ ਨੇ ਕੀ ਕਰਨਾ ਹੈ, ਮਿਨੀਮਮ ਕੋਸਟ ਆਵੇ। ਮਤਲਬ ਉਹਦੇ ਵਿੱਚ ਕੀ ਹੁੰਦੀ ਹੈ, ਉੱਪਰ ਜਿੰਨੀ ਮਰਜ਼ੀ ਵੇਸਟੇਜ ਹੋ ਜਾਏ, ਚਾਹੇ ਕਿੰਨੀ ਮਰਜ਼ੀ ਵੇਸਟੇਜ ਹੋਈ ਜਾਵੇ, ਕੋਈ ਮੈਟਰ ਨਹੀਂ ਕਰਦਾ। ਟਾਈਮ 'ਤੇ ਆਪਾਂ ਨੂੰ ਬਸ ਕੁਆਲਿਟੀ ਇਹਦੇ ਵਿੱਚ ਕੋਈ ਮੈਟਰ ਨਹੀਂ ਕਰਦੀ, ਬਸ ਆਪਣਾ ਜਿਹੜਾ ਗੋਲ ਹੈ ਉਹ ਅਚੀਵ ਹੋਣਾ ਚਾਹੀਦਾ। ਇਹਦੇ ਵਿੱਚ ਕੀ ਹੈ, ਮਿਨੀਮਮ ਕੋਸਟ ਹੋਣੀ ਚਾਹੀਦੀ ਹੈ, ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਹੋਣਾ ਚਾਹੀਦਾ। ਸਾਰਾ ਕੁਛ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਜਦੋਂ ਆਪਾਂ ਟਾਸਕ ਕੰਪਲੀਟ ਕਰੀਏ ਤਾਂ ਆਪਾਂ ਨੂੰ ਵੱਧ ਤੋਂ ਵੱਧ ਪ੍ਰੋਫਿਟ ਆਪਾਂ ਹਾਇਰ ਕਰ ਸਕੀਏ। ਪਰ ਇਹਦੇ ਵਿੱਚ ਉਹ ਕੀ ਹੈ, ਸਿਰਫ ਆਰਗੇਨਾਈਜੇਸ਼ਨ ਦੇ ਗੋਲ ਬਾਰੇ ਹੀ ਸੋਚਦਾ ਹੈ। ਹੋਰ ਜ਼ਿਆਦਾ ਕਲੈਰਿਟੀ ਹੋ ਗਈ ਅੱਗੇ ਦੇਖੋ। ਹੁਣ ਜਿਵੇਂ ਇਸੇ ਚੀਜ਼ ਨੂੰ ਸਮਝਾਉਣ ਲਈ ਡਿਫਰੈਂਸ ਬਿਟਵੀਨ ਇਫੈਕਟਿਵਨੈਸ ਅਤੇ ਐਫੀਸ਼ੀਐਂਸੀ ਕੀ ਹੈ, ਇਟ ਰੈਫਰਸ ਟੂ ਕੰਪਲੀਟਿੰਗ ਦਾ ਟਾਸਕ ਔਨ ਟਾਈਮ ਨੋ ਮੈਟਰ ਵਟ ਐਵਰ ਦਾ ਕੋਸਟ। ਇਹਦੇ ਵਿੱਚ ਕੋਸਟ ਨਹੀਂ ਦੇਖੀ ਹੈ, ਕੋਸਟ ਦੇਖਦੇ ਹੀ ਨਹੀਂ ਹੈਗਾ ਕਿ ਕਿੰਨੀ ਲੱਗੀ ਜਾਂਦੀ ਹੈ, ਕਿੰਨੀ ਵੇਸਟੇਜ ਹੋਈ ਜਾਂਦੀ ਹੈ। ਇਹਦੇ ਵਿੱਚ ਇਹ ਮੈਟਰ ਹੀ ਨਹੀਂ ਕਰਦਾ, ਪਰ ਇਹਦੇ ਵਿੱਚ ਇਹ ਮੈਟਰ ਕਰਦਾ ਕਿ ਕਿੰਨੀ ਕੋਸਟ ਲੱਗ ਰਹੀ ਹੈ। ਤਾਂ ਇਹਦੇ ਵਿੱਚ ਅਤੇ ਆਪਣੇ ਜਿਹੜੇ ਟਾਸਕ ਕੰਪਲੀਟ ਹੋ ਰਿਹਾ, ਜਿਹੜਾ ਟਾਸਕ ਕੰਪਲੀਟ ਹੋਣਾ ਚਾਹੀਦਾ ਉਹ ਇਫੈਕਟਿਵ ਮੈਨਰ ਨਾਲ ਹੋਣਾ ਚਾਹੀਦਾ ਹੈ। ਇਹਦੇ ਜਿਹੜੇ ਓਬਜੈਕਟਿਵ ਨੇ ਟੂ ਅਚੀਵ ਐਂਡ ਰਿਜ਼ਲਟ, ਇਹਦਾ ਜਿਹੜਾ ਰਿਜ਼ਲਟ ਉਹ ਅਚੀਵ ਹੋਊਗਾ ਐਂਡ ਰਿਜ਼ਲਟ 'ਤੇ ਹੁੰਦਾ ਹੈ। ਇਹਦੇ ਵਿੱਚ ਕੰਡਕਟ ਕੋਸਟ ਬੈਨੀਫਿਟ ਐਨਾਲਾਈਸਿਸ, ਇਹ ਕੋਸਟ ਬੈਨੀਫਿਟ ਨੂੰ ਲੈ ਕੇ ਚੱਲਦਾ ਹੈ, ਇਹ ਸਿਰਫ ਐਂਡ ਰਿਜ਼ਲਟ ਨੂੰ ਲੈ ਕੇ ਚੱਲਦਾ ਹੈ। ਇਹਦੇ ਵਿੱਚ ਮੇਨ ਕੰਸੀਡਰੇਸ਼ਨ ਕੀ ਹੁੰਦਾ, ਇਹ ਰਾਈਟ ਟਾਸਕ ਨੂੰ ਲੈ ਕੇ ਚੱਲਦਾ ਹੈ, ਰਾਈਟ ਵੇ ਨੂੰ। ਮਤਲਬ ਸਿਰਫ ਟਾਸਕ 'ਤੇ ਫੋਕਸ ਕਰਦਾ, ਮੇਰਾ ਟਾਸਕ ਕੰਪਲੀਟ ਹੋਣਾ ਚਾਹੀਦਾ। ਇਹ ਸਿਰਫ ਇਹ ਫੋਕਸ ਕਰਦਾ ਕਿ ਜਿਹੜਾ ਟਾਸਕ ਦਾ ਚਲੋ ਕੰਪਲੀਟ ਹੋ ਵੀ ਹੋਵੇ, ਨਾਲ ਸਹੀ ਤਰੀਕੇ ਨਾਲ ਕੰਪਲੀਟ ਹੋਵੇ। ਸਮਝ ਆ ਗਿਆ ਤੁਹਾਨੂੰ ਸਾਰਿਆਂ ਨੂੰ? ਅੱਗੇ ਦੇਖੋ। ਐਂਡ ਦ ਰਿਲੇਸ਼ਨਸ਼ਿਪ ਬਿਟਵੀਨ efficiency and effectiveness. Effectiveness and efficiency are equally important, as being effective means completing the task, but it is not enough to just complete the task. It must be done correctly without any wastage of resources. Effectiveness and efficiency are the two sides of a same coin. One without other is of no use. ਕਹਿੰਦੇ ਇਹ ਇਫੈਕਟਿਵਨੈਸ ਆਪਾਂ ਨੂੰ ਕਿਸੇ ਟਾਰਗੇਟ, ਕਿਸੇ ਗੋਲ ਨੂੰ ਅਚੀਵ ਕਰਨ ਲਈ ਆਪਾਂ ਨੂੰ ਦੋਨੋਂ ਹੀ ਜ਼ਰੂਰੀ ਹੁੰਦੇ ਨੇਗੇ। ਠੀਕ ਹੈ, ਇਹ ਜੇ ਆਪਾਂ ਨੇ ਆਪਣੀ ਪੂਰੀ ਐਫੀਸ਼ੀਐਂਸੀ ਵੀ ਲਗਾਉਣੀ ਹੈ, ਆਪਾਂ ਨੇ ਪੂਰੀ ਇਫੈਕਟਿਵਨੈਸ ਵੀ ਲਗਾਉਣੀ ਹੈ। ਪਰ ਆਪਾਂ ਹਮੇਸ਼ਾ ਜਿਹੜਾ ਟਾਸਕ ਹੈ ਉਹ ਕੀ ਕਰਨਾ ਹੁੰਦਾ, ਆਪਾਂ ਨੇ ਕਰੈਕਟਲੀ ਕੰਮ ਕਰਨਾ ਹੁੰਦਾ। ਮਤਲਬ ਵੇਸਟੇਜ ਘੱਟ ਤੋਂ ਘੱਟ ਹੋ ਕਰਕੇ ਆਪਾਂ ਨੇ ਆਪਣੇ ਟਾਸਕ ਨੂੰ ਕੀ ਕਰਨਾ ਹੁੰਦਾ, ਕੰਪਲੀਟ ਕਰਨਾ ਹੁੰਦਾ। ਸਮਝ ਆਈ ਗੱਲ? ਇਫੈਕਟਿਵਨੈਸ ਕਹਿੰਦੇ ਜੇਕਰ ਇਹ ਦੋਨੋਂ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ, ਇੱਕ ਦੂਜੇ ਤੋਂ ਬਗੈਰ ਇਹਨਾਂ ਦਾ ਕੋਈ ਵੀ ਯੂਜ਼ ਨਹੀਂ ਹੁੰਦਾ। ਠੀਕ ਹੈ, ਜੇਕਰ ਇੱਕ ਦੂਜੇ ਨਾਲ ਇਹ ਕੰਮ ਕਰਨਗੇ ਇਫੈਕਟਿਵਨੈਸ ਅਤੇ ਐਫੀਸ਼ੀਐਂਸੀ, ਤਾਂ ਇਹ ਕੋਈ ਵੀ ਟਾਸਕ ਨੂੰ ਕੀ ਹੈ ਅਚੀਵ ਕਰ ਸਕਦੇ ਨੇ ਅਤੇ ਆਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰ ਸਕਦੇ ਨੇ ਘੱਟ ਤੋਂ ਘੱਟ ਵੇਸਟੇਜ ਨਾਲ। ਹੁਣ ਤੁਹਾਨੂੰ ਇਹਦਾ ਰਿਲੇਸ਼ਨਸ਼ਿਪ ਪਤਾ ਲੱਗ ਗਿਆ ਸਾਰਿਆਂ ਨੂੰ? ਅੱਗੇ ਦੇਖੀਏ। ਹੁਣ ਸਟੂਡੈਂਟਸ ਨੈਕਸਟ ਪੇਜ 'ਤੇ ਦੇਖੋ, ਇਹਨਾਂ ਦੀ ਇੱਕ ਡੈਫੀਨੇਸ਼ਨ ਯਾਦ ਕਰਨੀ ਜ਼ਰੂਰੀ ਆ। ਅਗਰ ਪੇਪਰ ਦੇ ਵਿੱਚ ਕੋਈ ਵੀ ਮੀਨਿੰਗ ਆਉਂਦਾ ਤਾਂ ਡੈਫੀਨੇਸ਼ਨ ਆਪਾਂ ਲਿਖ ਦਿੰਦੇ ਹਾਂ, ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਕਿਸੇ ਵੀ ਜੋ ਵੀ ਤੁਹਾਨੂੰ ਸੌਖੀ ਲੱਗਦੀ ਹੈ ਡੈਫੀਨੇਸ਼ਨ ਤੁਸੀਂ ਲਿਖ ਸਕਦੇ ਹੋ ਇਹਦੇ ਅੰਦਰ। ਜਿਵੇਂ ਮੰਨ ਲਓ ਤੁਸੀਂ ਇਹਦੀ ਲਿਖ ਸਕਦੇ ਹੋ ਅਕੋਰਡਿੰਗ ਟੂ F.W. ਟੇਲਰ, ਜਾਂ ਲਿਖ ਸਕਦੇ ਹੋ ਕੋਡਜ਼ ਐਂਡ ਓਡੋਨਲ ਦੇ ਅਕੋਰਡਿੰਗ। ਕਹਿੰਦੇ ਮੈਨੇਜਮੈਂਟ ਇਜ਼ ਐਸਟੈਬਲਿਸ਼ਿੰਗ ਐਨ ਇਫੈਕਟਿਵ ਇਨਵਾਇਰਮੈਂਟ ਫॉर ਪੀਪਲ ਓਪਰੇਟਿੰਗ ਇਨ ਫਾਰਮਲ ਆਰਗੇਨਾਈਜੇਸ਼ਨ ਗਰੁੱਪ। ਕਹਿੰਦੇ ਇੱਕ ਮੈਨੇਜਮੈਂਟ ਇੱਕ ਐਸਟੈਬਲਿਸ਼ਮੈਂਟ ਹੁੰਦੀ ਹੈ ਜਿਹਦੇ ਵਿੱਚ ਇਫੈਕਟਿਵ ਇਨਵਾਇਰਮੈਂਟ ਹੁੰਦਾ, ਜਿਹਦੇ ਵਿੱਚ ਸਾਰੀ ਸਿਸਟਮ ਜਿਹੜਾ ਚੱਲਦਾ ਫਾਰਮਲ, ਮਤਲਬ ਸਿਸਟਮੈਟਿਕ ਵੇ ਨਾਲ ਸਿਸਟਮ ਚੱਲਦਾ, ਤਾਂ ਉਹਨੂੰ ਕੀ ਬੋਲਦੇ ਆਪਾਂ, ਮੈਨੇਜਮੈਂਟ। ਕਲੀਅਰ ਹੈ ਗੱਲ? ਦੇਖੋ ਸਟੂਡੈਂਟ, ਇਹਦੇ ਨਾਲ ਰਿਲੇਟਡ ਇੱਕ ਕੇਸ ਸਟੱਡੀ ਦੇ ਰੱਖੀ ਆ। ਦੇਖੋ, ਡਿਊਰਿੰਗ ਫੈਸਟੀਵਲ ਸੀਜ਼ਨ ABC ਲਿਮਟਿਡ ਰਿਸੀਵ ਏ ਨਿਊ ਆਰਡਰ ਆਫ 10,000 ਮੋਬਾਈਲ ਫੋਨ ਟੂ ਬੀ ਡਿਲੀਵਰਡ ਇਨ 10 days। ਠੀਕ ਹੈ, ਫੇਲਿੰਗ which the contract will be null and void. To complete this production, manager planned to outsource the production so that order could be delivered on time. The outsourcing result in increase in cost by 30%. ਹੁਣ ਦੇਖੋ, ਇੱਕ ਫੈਸਟੀਵਲ ਸੀਜ਼ਨ ਸੀਗਾ, ਉਹਦੇ ਵਿੱਚ 10,000 ਮੋਬਾਈਲ ਦਾ ਕੀ ਸੀਗਾ, ਆਪਾਂ ਨੂੰ ਔਡਰ ਸੀਗਾ। 10 ਦਿਨਾਂ ਦੇ ਅੰਦਰ ਅੰਦਰ ਉਹਨੇ ਕੀ ਕਰਨਾ ਸੀ, ਡਿਲੀਵਰ ਕਰਨਾ ਸੀਗਾ। ਅਗਰ 10 ਦਿਨਾਂ ਦੇ ਵਿੱਚ ਡਿਲੀਵਰ ਨਹੀਂ ਕਰਦਾ ਤਾਂ ਜਿਹੜਾ ਕੰਟਰੈਕਟ ਆ ਉਹ ਵੋਇਡ ਨਲ ਹੋ ਜਾਊਗਾ, ਕੈਂਸਲ ਹੋ ਜਾਊਗਾ।
ਠੀਕ ਹੈ। ਹੁਣ ਉਹ ਜਿਹੜਾ ਮੈਨੇਜਰ ਸੀਗਾ ਉਹਦੇ ਟਾਸਕ ਨੂੰ ਕੰਪਲੀਟ ਕਰਨ ਵਾਸਤੇ ਕੀ ਕਰਦਾ ਹੈ, ਟਾਈਮ 'ਤੇ ਡਿਲੀਵਰ ਕਰਨ ਲਈ ਪੂਰੀ ਦੀ ਪੂਰੀ ਕੀ ਕਰਦਾ ਹੈ, ਪੂਰੀ ਦੀ ਪੂਰੀ ਐਫਰਟ ਕਰਦਾ ਅਤੇ ਕੀ ਕਰਦਾ ਫਿਰ ਰਿਜ਼ਲਟ ਕੀ ਰਹਿੰਦਾ, ਜਿਹੜੀ ਇਹਦੀ ਕੋਸਟ ਹੈ ਉਹ 30% ਬਚ ਜਾਂਦੀ ਹੈ। ਹੁਣ ਡੂ ਯੂ ਥਿੰਕ ਦਾ ਪ੍ਰੋਡਕਸ਼ਨ ਮੈਨੇਜਰ ਪਰਫੋਰਮਡ ਡਿਊਟੀ ਇਫੈਕਟਿਵਲੀ ਔਰ ਐਫੀਸ਼ੀਐਂਟਲੀ। ਕਹਿੰਦੇ ਇਫੈਕਟਿਵ ਤਾਂ ਕੀਤੀ ਹੈ ਇਹਨੇ ਬਟ ਨੋਟ ਐਫੀਸ਼ੀਐਂਟ, ਮਤਲਬ ਐਫੀਸ਼ੀਐਂਸ ਨਹੀਂ ਕੀਤੀ ਕਿਉਂਕਿ ਉਹਨੇ ਕੋਸਟ ਹੀ ਵਧਾਤੀ, 30% ਇਹਦੀ ਕੋਸਟ ਵਧਾਤੀ। ਉਹਨੇ ਮਤਲਬ ਵੇਸਟੇਜ ਆਫ ਰਿਸੋਰਸ ਬਹੁਤ ਜ਼ਿਆਦਾ ਕਰਤੀ, ਟਾਈਮ 'ਤੇ ਕੰਮ ਤਾਂ ਅਚੀਵ ਕਰ ਲਿਆ ਪਰ ਵੇਸਟੇਜ ਬਹੁਤ ਜ਼ਿਆਦਾ ਕਰਨ ਕਰਕੇ ਉਹਦੀ ਕੋਸਟ ਜ਼ਿਆਦਾ ਹੋ ਗਈ, ਜਿਸ ਕਰਕੇ ਉਹਨੇ ਇਫੈਕਟਿਵਨੈਸ ਤਾਂ ਅਚੀਵ ਕਰ ਲਿਆ ਪਰ ਐਫੀਸ਼ੀਐਂਸੀ ਉਹ ਅਚੀਵ ਨਹੀਂ ਕਰ ਪਾਇਆ। ਅਤੇ ਇਹਦੇ ਕੋਈ ਵੀ ਡਿਫਰੈਂਸ 2 ਪੁਆਇੰਟਸ ਦੱਸਣੇ ਨੇਗੇ, ਉਹੀ ਮੈਂ ਤੁਹਾਨੂੰ 2 ਪੁਆਇੰਟ ਦੱਸੇ ਸੀਗੇ ਕਿ ਇਹਦੇ ਵਿੱਚ ਕੀ ਹੈ, ਕੋਈ ਵੀ ਇਹ ਸਿਰਫ ਕਿਹਨੂੰ ਲੈ ਕੇ ਚੱਲਦਾ, ਰਾਈਟ ਟਾਸਕ ਨੂੰ ਲੈ ਕੇ ਚੱਲਦਾ, ਉਹ ਰਾਈਟ ਵੇ ਨੂੰ ਲੈ ਕੇ ਚੱਲਦਾ, ਇਹ ਐਂਡ ਰਿਜ਼ਲਟ ਨੂੰ ਦੇਖਦਾ, ਕੋਸਟ ਬੈਨੀਫਿਟ ਨੂੰ ਦੇਖਦਾ। ਇਹਦੇ ਵਿੱਚ ਉਹ ਸਿਰਫ ਟਾਸਕ 'ਤੇ ਫੋਕਸ ਕਰਦਾ, ਉਹ ਆਪਟੀਮਮ ਯੂਟੀਲਾਈਜ਼ਸ 'ਤੇ ਫੋਕਸ ਕਰਦਾ। ਕੋਈ ਵੀ 2 ਡਿਫਰੈਂਸ ਤੁਸੀਂ ਲਿਖ ਸਕਦੇ ਹੋ। ਤਾਂ ਤੁਹਾਨੂੰ ਕਲੀਅਰ ਹੋ ਗਿਆ ਹੋਗਾ। ਅਗਲੇ ਪੇਜ 'ਤੇ ਦੇਖੋ ਸਟੂਡੈਂਟਸ, ਨੈਕਸਟ ਇੱਕ ਕੇਸ ਸਟੱਡੀ ਦਿੱਤੀ ਹੋਈ ਹੈ। ਇੱਕ ABC ਲਿਮਟਿਡ ਸੀ ਬੰਦਾ, ਉਹ ਕੀ ਕਰਦਾ ਹੈ ਕਿ ਉਹਨਾਂ ਦਾ ਇੱਕ ਗਾਰਮੈਂਟ ਮੈਨੂਫੈਕਚਰਿੰਗ ਕੰਪਨੀ ਸੀਗੀ। ਉਹਨਾਂ ਨੂੰ ਇੱਕ ਟਾਰਗੇਟ ਮਿਲਿਆ ਹੋਇਆ ਸੀਗਾ ਕਿ 100 ਗਾਰਮੈਂਟਸ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਬਣਾਉਣੇ ਨੇਗੇ, ਪਰ ਉਹਨਾਂ ਦੀ ਸਾਰਿਆਂ ਦੀ ਕੋਸਟ ਕੀ ਰਹਿਣੀ ਚਾਹੀਦੀ ਹੈ, 200 ਰੁਪਏ ਰਹਿਣੀ ਚਾਹੀਦੀ ਹੈ। ਠੀਕ ਹੈ। ਅਤੇ ਵਰਕਰ ਜਿਹੜੇ ਸੀਗੇ ਡਬਲ ਸ਼ਿਫਟ ਲਗਾ ਕੇ ਉਹ ਤੋਂ ਕੰਮ ਕਰਾ ਰਹੇ ਸੀਗਾ, ਤਾਂ ਪਰ ਉਹ 150 ਗਾਰਮੈਂਟ ਅਚੀਵ ਕਰ ਲੈਂਦਾ। ਠੀਕ ਹੈ, ਪਰ ਉਹਦੀ ਜਿਹੜੀ ਕੋਸਟ ਹੋ ਜਾਂਦੀ ਹੈ ਉਹ 230 ਪਰ ਗਾਰਮੈਂਟ ਹੋ ਜਾਂਦੀ ਹੈ, ਪਰ ਉਹਦਾ ਟਾਰਗੇਟ ਤਾਂ 200 ਦਾ ਸੀਗਾ, ਪਰ ਉਹਨੇ ਕੋਸਟ ਵਧਾਤੀ। ਠੀਕ ਹੈ, 30 ਰੁਪਏ ਕੋਸਟ ਵਧਾਤੀ। ਠੀਕ ਹੈ। ਅਗਲੇ ਕੇਸ 'ਚ ਇੱਕ ਰਵੀ ਨਾਮ ਦਾ ਬੰਦਾ ਸੀ, ਉਹਦਾ ਵੀ ਸੇਮ ਬਿਜ਼ਨਸ ਸੀਗਾ, ਪਰ ਉਹਨੇ ਕੀ ਕੀਤਾ, ਬਹੁਤ ਸਾਰਾ ਐਫੀਸ਼ੀਐਂਸੀ ਲਗਾ ਕੇ ਉਹਨੇ ਕੀ ਕੀਤਾ, 90 ਗਾਰਮੈਂਟ 1 ਮਹੀਨੇ 'ਚ ਮੈਨੂਫੈਕਚਰ ਕਰ ਪਾਇਆ, ਪਰ ਉਹਦੀ ਕੋਸਟ 190 ਜ਼ਰੂਰ ਲਿਆਇਆ। ਉਹ 100 ਦਾ ਟਾਰਗੇਟ ਸੀ ਨਾ, ਪਰ 90 ਹੀ ਗਾਰਮੈਂਟ ਬਣਾ ਪਾਇਆ, ਪਰ ਉਹ 200 ਦੀ ਜਗ੍ਹਾ 190 ਦੀ ਕੋਸਟ ਲਿਆਇਆ। ਪਰ ਜਿਹੜਾ ਤੀਜਾ ਬੰਦਾ ਸੀਗਾ ਉਹ 100 ਦਾ ਵੀ ਟਾਰਗੇਟ ਕਰ ਲਿਆ ਉਹਨੇ ਪੂਰਾ, ਅਤੇ 200 ਦੀ ਵੀ ਉਹ ਕੋਸਟ ਲਿਆਇਆ। ਹੁਣ ਇਹਦੇ ਵਿੱਚ ਪੁੱਛਿਆ ਗਿਆ ਕਿ ਆਇਡੈਂਟੀਫਾਈ ਦਾ ਕੁਆਲਿਟੀ ਪ੍ਰੋਸੈਸਡ ਬਾਏ ਰਵੀ ਮੋਹਨ ਐਂਡ ਵਟ ਦੇ ਆਰ ਲੈਕਿੰਗ। ਕਹਿੰਦੇ ਜਿਹੜਾ ਰਵੀ ਨਾਮ ਦਾ ਬੰਦਾ ਸੀ, ਜਿਹੜਾ ਰਵੀ ਨਾਮ ਦੇ ਬੰਦੇ ਨੇ ਕੀ ਕੀਤਾ, ਐਫੀਸ਼ੀਐਂਟ ਤਾਂ ਹੈਗਾ ਸੀਗਾ ਬਟ ਉਹ ਇਫੈਕਟਿਵਨੈਸ ਨਹੀਂ ਹੋ ਪਾਇਆ। ਬਟ ਜਿਹੜਾ ਮੋਹਨ ਨਾਮ ਦਾ ਬੰਦਾ ਸੀ ਉਹ ਇਫੈਕਟਿਵ ਤਾਂ ਹੈਗਾ ਸੀਗਾ, ਪਰ ਉਹਦੇ ਵਿੱਚ ਐਫੀਸ਼ੀਐਂਸੀ ਨਹੀਂ ਹੈਗੀ ਸੀਗੀ। ਹੁਣ ਇਹਦੇ ਵਿੱਚ ਕੁਆਲਿਟੀ ਥਰਡ ਵਰਕ ਕੀ ਹੋਇਆ, ਇਫੈਕਟਿਵ ਵੀ ਹੋਇਆ ਅਤੇ ਐਫੀਸ਼ੀਐਂਟ ਵੀ ਹੋਇਆ। ਅਤੇ ਉਸ ਤੋਂ ਬਾਅਦ ਕਹਿੰਦੇ ਕਿ ਵਿਚ ਵਰਕਰ ਇਜ਼ ਪ੍ਰੈਫਰਡ ਬਾਏ ਮੈਨੇਜਮੈਂਟ। ਕਹਿੰਦੇ ਜਿਹੜਾ ਥਰਡ ਵਰਕਰ ਹੈ ਪ੍ਰੈਫਰਡ ਕਰਦਾ ਜੋ ਔਰਗੇਨਾਈਜੇਸ਼ਨ ਦੀ ਗੋਲ ਨੂੰ ਅਚੀਵ ਵੀ ਕਰਦਾ ਹੈ ਇਫੈਕਟਿਵਲੀ ਅਤੇ ਐਫੀਸ਼ੀਐਂਟਲੀ। ਤਾਂ ਹੁਣ ਇਹ ਤੁਹਾਨੂੰ ਕੇਸ ਸਟੱਡੀ ਕਲੀਅਰ ਹੋ ਗਈ ਹੋਣੀ। ਇਸ ਟਾਈਪ ਦੀ ਕੇਸ ਸਟੱਡੀ ਪੇਪਰ ਦੇ ਵਿੱਚ ਆਉਂਦੀਆਂ ਨੇ। ਸਮਝ ਆਈ ਗੱਲ? ਮੈਂ ਤੁਹਾਨੂੰ ਆਹੀ ਸਮਝਾ ਰਿਹਾ ਕਿ ਮੈਂ ਤੁਹਾਨੂੰ ਇੰਨੇ ਕਲੀਅਰ ਕੱਟ ਟੋਪਿਕ ਸਮਝਾਉਣੇ ਨੇ, ਤੁਹਾਨੂੰ ਵਿਦ ਕੇਸ ਸਟੱਡੀ ਸਮਝਾ ਕੇ, ਵਿਦ ਟੋਪਿਕ ਸਮਝਾ ਕੇ ਤੁਹਾਨੂੰ ਸਾਰਾ ਕਲੀਅਰ ਕਰਾ ਦੇਣਾ। ਤੁਸੀਂ ਬਸ ਮੇਰੀ ਹੁਣ ਸਟਾਰਟਿੰਗ ਤੋਂ ਕਲਾਸ ਲਗਾਉਂਦੇ ਰਹੋ। ਜਿਹੜੇ ਬੱਚੇ ਸੋਚਦੇ ਨੇ ਕਿ ਹਾਂਜੀ ਸਟਾਰਟਿੰਗ ਤੋਂ ਨਹੀਂ ਕਰਾ ਰਹੇ, ਸਟਾਰਟਿੰਗ ਤੋਂ ਸ਼ੁਰੂ ਤੋਂ ਕਰਵਾਓ, ਅਤੇ ਸਾਨੂੰ ਸ਼ੁਰੂ ਤੋਂ ਇਹ ਨਹੀਂ ਹੈ, ਸਮਝ ਨਹੀਂ ਆਇਆ, ਤਾਂ ਹੁਣ ਮੈਂ ਸਾਰਾ ਕੁਝ ਸ਼ੁਰੂ ਤੋਂ ਹੀ ਕਰਾ ਰਿਹਾ। ਪਹਿਲੇ ਚੈਪਟਰ ਤੋਂ ਲੱਗਿਆ, ਇਕੱਲਾ ਪੁਆਇੰਟ ਤੁਹਾਨੂੰ ਸ਼ੁਰੂ ਤੋਂ ਕਰਵਾਊਂਗਾ। ਹੁਣ ਤੁਸੀਂ ਕਰਨ ਵਾਲੇ ਬਣੋ। ਠੀਕ ਹੈ। ਤੁਹਾਡੇ ਲਈ ਮੈਂ 1% ਵੀ ਰਿਸਕ ਨਹੀਂ ਲੈਣਾ ਚਾਹੁੰਦਾ, ਇਕੱਲਾ ਟੋਪਿਕ ਮੈਂ ਕਰਵਾਊਂਗਾ। ਅੱਗੇ ਦੇਖੋ ਨੈਕਸਟ ਟੋਪਿਕ ਆਪਣਾ ਆ ਜਾਂਦਾ ਹੈ ਕਰੈਕਟਰਿਸਟਿਕਸ ਔਰ ਫੀਚਰ ਆਫ ਮੈਨੇਜਮੈਂਟ। ਉਸ ਤੋਂ ਬਾਅਦ ਦੇਖੋ ਸਟੂਡੈਂਟਸ ਕਿ ਫੀਚਰਸ ਕੀ ਨੇ, ਕਰੈਕਟਰਿਸਟਿਕਸ ਕੀ ਨੇਗੇ, ਅਤੇ ਕਹਿੰਦੇ ਪਹਿਲਾਂ ਤਾਂ ਮੈਨੇਜਮੈਂਟ ਇਜ਼ ਗੋਲ ਓਰੀਐਂਟਡ ਪ੍ਰੋਸੈਸ। ਕਹਿੰਦੇ ਮੈਨੇਜਮੈਂਟ ਕੀ ਹੈ, ਇੱਕ ਗੋਲ ਓਰੀਐਂਟਡ ਪ੍ਰੋਸੈਸ ਹੈ। ਉਹ ਗੋਲ ਓਰੀਐਂਟਡ ਪ੍ਰੋਸੈਸ ਕੀ ਹੈ, ਕਹਿੰਦੇ ਕਿ ਇਹ ਔਰਗੇਨਾਈਜੇਸ਼ਨ ਨੂੰ ਗੋਲ ਅਚੀਵ ਕਰਨ ਦੇ ਵਿੱਚ ਕੀ ਕਰਦੀ ਹੈ, ਹੈਲਪ ਕਰਦੀ ਹੈ। ਇਹ ਆਪਣੇ ਗੋਲਸ ਨੂੰ ਸੈੱਟ ਕਰਦੀ ਹੈ ਅਤੇ ਆਪਣੀ ਪੂਰੀ ਐਫਰਟ ਨਾਲ ਇਫੈਕਟਿਵਲੀ ਅਤੇ ਐਫੀਸ਼ੀਐਂਸੀ ਤਰੀਕੇ ਨਾਲ ਪੂਰੇ ਗੋਲਸ ਨੂੰ ਅਚੀਵ ਕਰਨ ਦੇ ਵਿੱਚ ਸਿਸਟਮੈਟਿਕ ਤਰੀਕੇ ਨਾਲ ਪੂਰੇ ਕਰਨ 'ਚ ਹੈਲਪ ਕਰਦੀ ਹੈ। ਅਤੇ ਜੋ ਕਿਸ ਨਾਲ ਪੋਸੀਬਲ ਹੋ ਪਾਉਂਦਾ, ਮੈਨੇਜਮੈਂਟ ਨਾਲ। ਕਹਿੰਦੇ ਮੈਨੇਜਮੈਂਟ ਇਜ਼ ਪਰਵੇਸਿਵ। ਇਹ ਪਰਵੇਸਿਵ ਦਾ ਮਤਲਬ ਹੁੰਦਾ ਕਿ ਇਹ ਹਰ ਜਗ੍ਹਾ 'ਤੇ ਮੈਨੇਜਮੈਂਟ ਲੱਗਦੀ ਹੈ। ਕਹਿੰਦੇ ਮੈਨੇਜਰਲ ਐਕਟੀਵਿਟੀ ਆਰ ਪਰਫੋਰਮਡ ਇਨ ਆਲ ਟਾਈਪ ਆਫ ਔਰਗੇਨਾਈਜੇਸ਼ਨ ਇਨ ਆਲ ਡਿਪਾਰਟਮੈਂਟ ਐਂਡ ਐਟ ਆਲ ਲੈਵਲਸ। ਕਹਿੰਦੇ ਮੈਨੇਜਮੈਂਟ ਕੀ ਹੈ, ਹਰ ਟਾਈਪ ਦੇ ਔਰਗੇਨਾਈਜੇਸ਼ਨ, ਹਰ ਲੈਵਲ 'ਤੇ, ਹਰ ਜਗ੍ਹਾ 'ਤੇ ਮੈਨੇਜਮੈਂਟ ਲੱਗਦੀ ਆ।
ਹੈ ਜੀ ਕੋਈ ਐ ਨਹੀਂ ਚੀਜ਼ ਨਹੀਂ ਹੈਗੀ ਕਿ ਜਿੱਥੇ ਮੈਨੇਜਮੈਂਟ ਨਾ ਲੱਗਦੀ ਹੋਵੇ, ਇਸ ਲਈ ਪਰਵੇਸਿਵ ਹੈ। ਪਰਵੇਸਿਵ ਜੋ ਮਤਲਬ ਆਲ ਓਵਰ ਜਗ੍ਹਾ 'ਤੇ ਲੱਗਣਾ, ਉਹਨੂੰ ਕੀ ਮਿਲਦੇ ਨੇ ਮੈਨੇਜਮੈਂਟ। ਮੈਨੇਜਮੈਂਟ ਇਜ਼ ਰਿਕੁਆਇਰਡ ਇਨ ਆਲ ਔਰਗਨਾਈਜੇਸ਼ਨ ਵੈਦਰ ਬਿਗ ਔਰ ਸਮਾਲ, ਮੈਨੂਫੈਕਚਰਿੰਗ ਔਰ ਸਰਵਿਸਿਜ਼ ਔਰਗਨਾਈਜੇਸ਼ਨ, ਪ੍ਰੋਫਿਟ ਔਰ ਨॉन ਪ੍ਰੋਫਿਟ ਮੇਕਿੰਗ ਔਰਗਨਾਈਜੇਸ਼ਨ, ਚਾਹੇ ਕਿਹੜੀ ਮਰਜ਼ੀ ਔਰਗਨਾਈਜੇਸ਼ਨ ਹੋਵੇ ਸਾਰੀ ਜਗ੍ਹਾ 'ਤੇ ਮੈਨੇਜਮੈਂਟ ਲੱਗੇਗੀ। ਠੀਕ ਹੈ। ਕੰਸੈਪਟ ਆਫ ਮੈਨੇਜਮੈਂਟ ਇਜ਼ ਯੂਜ਼ਡ ਇਨ ਹੋਲ ਵਰਲਡ, ਇਹ ਸਾਰੇ ਹੋਲ ਵਰਲਡ 'ਤੇ ਲੱਗਦੀ ਹੈ ਮੈਨੇਜਮੈਂਟ। ਠੀਕ ਹੈ। ਤਾਂ ਇਹ ਪਰਵੇਸਿਵ ਵਾਲਾ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ ਮੈਨੇਜਮੈਂਟ ਇਜ਼ ਮਲਟੀ ਡਿਮੈਂਸ਼ਨਲ, ਕਹਿੰਦੇ ਮੈਨੇਜਮੈਂਟ ਡਜ਼ ਨਾਟ ਮੀਨ ਓਨਲੀ ਸਿੰਗਲ ਐਕਟੀਵਿਟੀ ਬਟ ਇਟ ਇਨਕਲੂਡ 3 ਮੇਨ ਐਕਟੀਵਿਟੀ, ਕਹਿੰਦੇ ਇਕੱਲੀ ਮੈਨੇਜਮੈਂਟ ਇੱਕ ਸਿੰਗਲ ਐਕਟੀਵਿਟੀ ਨਹੀਂ ਹੈਗੀ, ਇਹਦੇ ਵਿੱਚ 3 ਮੇਨ ਐਕਟੀਵਿਟੀਆਂ ਨੇ। ਕਿਹੜੀ ਕਿਹੜੀ? ਇੱਕ ਮੈਨੇਜਮੈਂਟ ਆਫ ਵਰਕ, ਅੱਗੇ ਦੇਖੋ ਮੈਨੇਜਮੈਂਟ ਆਫ ਵਰਕ, ਮੈਨੇਜਮੈਂਟ ਆਫ ਪੀਪਲ ਅਤੇ ਮੈਨੇਜਮੈਂਟ ਆਫ ਓਪਰੇਸ਼ਨ। ਹੁਣ ਜਿਹੜਾ ਮੈਨੇਜਮੈਂਟ ਆਫ ਵਰਕ ਹੈ, ਆਲ ਔਰਗਨਾਈਜੇਸ਼ਨ ਸੈਟ ਅਪ ਟੂ ਪਰਫੋਰਮ ਸਮ ਟਾਸਕ ਔਰ ਗੋਲ, ਮੈਨੇਜਮੈਂਟ ਐਕਟੀਵਿਟੀ ਏਮਡ ਐਟ ਅਚੀਵਿੰਗ ਗੋਲ ਔਰ ਟਾਸਕ ਟੂ ਬੀ ਅਕੋਮਲਿਸ਼ਡ, ਦਾ ਟਾਸਕ ਔਰ ਵਰਕ ਡਿਪੈਂਡ ਅਪੋਨ ਦ ਨੇਚਰ ਆਫ ਬਿਜ਼ਨਸ। For example, work to be accomplished in the school is providing education, hospital is treat a patient, industry to manufacture some product। ਤਾਂ ਮਤਲਬ ਕੀ ਹੋਇਆ ਕਿ ਜਿਹੜੀ ਔਰਗਨਾਈਜੇਸ਼ਨ ਹੈ ਉਹ 'ਤੇ ਡਿਪੈਂਡ ਕਰਦੀ ਹੈ, ਕਿ ਉਹਦੇ ਕੰਮ 'ਤੇ ਡਿਪੈਂਡ ਕਰਦੀ ਹੈ। ਜਿਹੜੀ ਮੈਨੇਜਮੈਂਟ ਉਸ ਹਿਸਾਬ ਨਾਲ ਲੱਗਦੀ ਹੈ ਉਹਦੇ ਕੰਮ ਦੇ ਮੁਤਾਬਿਕ। ਠੀਕ ਹੈ। ਜਿਸ ਹਿਸਾਬ ਦਾ ਕੰਮ ਹੋਊਗਾ ਉਸ ਹਿਸਾਬ ਦਾ ਹੀ ਕੀ ਹੋਊਗੀ, ਉਸ ਟਾਈਪ ਦੀ ਕੀ ਹੋਏਗੀ, ਮੈਨੇਜਮੈਂਟ ਹੋਏਗੀ। ਅਗਰ ਸਕੂਲ ਦੀ ਗੱਲ ਕਰੋ ਤਾਂ ਐਜੂਕੇਸ਼ਨ, ਅਗਰ ਹੋਸਪਿਟਲ ਦੀ ਗੱਲ ਕਰੋ ਤਾਂ ਪੇਸ਼ੈਂਟ ਨੂੰ ਕਿਵੇਂ ਟਰੀਟ ਕਰਨਾ ਹੈ। ਠੀਕ ਹੈ। ਅਤੇ ਇੰਡਸਟਰੀ ਦੇ ਵਿੱਚ ਮੈਨੂਫੈਕਚਰਿੰਗ ਪ੍ਰੋਡਕਟ ਕਿਵੇਂ ਕਰਨੇ ਨੇ, ਇਹ ਸਾਰੀ ਚੀਜ਼ਾਂ ਜਿਹੜੀ ਮੈਨੇਜਮੈਂਟ ਹੈ ਉਹ ਵਰਕ ਦੇ ਅਕੋਰਡਿੰਗ ਚੱਲਦੀ ਹੈ। ਠੀਕ ਹੈ। ਮੈਨੇਜਮੈਂਟ ਆਫ ਪੀਪਲ, ਕਹਿੰਦੇ ਮੈਨੇਜਮੈਂਟ ਕੀ ਹੈ, ਇੱਕ ਪੀਪਲ ਦੇ ਅਕੋਰਡਿੰਗ ਹੈ। ਕਹਿੰਦੇ ਪੀਪਲ ਰੈਫਰ ਟੂ ਹਿਊਮਨ ਰਿਸੋਰਸਿਸ ਐਂਡ ਹਿਊਮਨ ਰਿਸੋਰਸਿਸ ਆਰ ਦਾ ਮੋਸਟ ਇੰਪੋਰਟੈਂਟ ਐਸਟ ਆਫ ਦੀ ਔਰਗਨਾਈਜੇਸ਼ਨ। Management has to get task accomplished through people by making their strength effective and their weakness irrelevant। ਹੁਣ ਧਿਆਨ ਨਾਲ ਸੁਣੋ, ਜਿਹੜੀ ਪੀਪਲ ਹੈ, ਪੀਪਲ ਦੇ ਅਕੋਰਡਿੰਗ ਵੀ ਮੈਨੇਜਮੈਂਟ ਚੱਲਦੀ ਹੈ। ਹੁਣ ਹਰੇਕ ਔਰਗਨਾਈਜੇਸ਼ਨ ਦੇ ਵਿੱਚ ਜਿਹੜੇ ਹਿਊਮਨ ਰਿਸੋਰਸਿਸ ਹੁੰਦੇ ਨੇ ਉਹ ਕੀ ਆ, ਹਰੇਕ ਦੇ ਵਿੱਚ ਕੀ ਹੈ, ਅਲੱਗ ਅਲੱਗ ਹੁੰਦੇ ਨੇ। ਜਿੰਨੇ ਜ਼ਿਆਦਾ ਹਿਊਮਨ ਰਿਸੋਰਸਿਸ ਸਟਰੈਂਥਫੁਲ ਹੋਏਗੀ, ਜਿੰਨਾ ਜ਼ਿਆਦਾ ਪੀਪਲ ਉਹਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰੇਗਾ, ਓਨੀ ਕੀ ਹੋਏਗੀ, ਮੈਨੇਜਮੈਂਟ ਜ਼ਿਆਦਾ ਪ੍ਰਭਾਵਫੁਲ ਹੋਏਗੀ। ਅਤੇ ਮੈਨੇਜਮੈਂਟ ਦੇ ਵਿੱਚ ਜਿਹੜੇ ਵਰਕਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਨਗੇ ਅਤੇ ਉਹਦੇ ਨਾਲ ਕੀ ਹੋਊਗਾ, ਮੈਨੇਜਮੈਂਟ ਉੱਥੇ ਹੀ ਕੀ ਹੋਊਗੀ, ਵੀਕ ਹੋ ਜਾਏਗੀ। ਠੀਕ ਹੈ। ਫਿਰ ਇਹਦੇ ਵਿੱਚ ਕੀ ਡਿਮੈਂਸ਼ਨ ਆ ਜਾਂਦੀ ਹੈ, ਟੇਕਿੰਗ ਕੇਅਰ ਆਫ ਇੰਪਲੋਈ ਇੰਡੀਵਿਜੂਅਲ ਨੀਡਸ। ਤਾਂ ਹੁਣ ਇਹ ਇਫੈਕਟਿਵਲੀ ਜਿਹੜੇ ਵੀ ਔਰਗਨਾਈਜੇਸ਼ਨ ਦੇ ਜਿਹੜੇ ਇੰਪਲੋਈ ਹੁੰਦੇ ਨੇ, ਜਿਨ੍ਹਾਂ ਤੋਂ ਆਪਾਂ ਕੰਮ ਕਰਾਉਣਾ ਹੁੰਦਾ, ਉਹਨਾਂ ਦੀ ਜਿਹੜੀ ਨੀਡਸ ਨੂੰ, ਇੰਡੀਵਿਜੂਅਲ ਨੀਡਸ ਨੂੰ ਕੀ ਕਰਨਾ ਹੁੰਦਾ, ਟੇਕ ਕੇਅਰ ਕਰਨਾ ਹੁੰਦਾ। ਟੇਕ ਕੇਅਰ ਆਫ ਗਰੁੱਪ ਆਫ ਪੀਪਲ, ਮਤਲਬ ਜਿਹੜੀ ਇੰਡੀਵਿਜੂਅਲ ਨੀਡਸ ਨੇ, ਜਿਹੜੀ ਉਹਨਾਂ ਦੀ ਪਰਸਨਲ ਪ੍ਰੋਬਲਮਸ ਹੁੰਦੀਆਂ ਨੇ ਹੋਰ ਚੀਜ਼ਾਂ ਦੀ, ਤਾਂ ਉਹਨਾਂ ਨੂੰ ਵੀ ਆਪਾਂ ਨੇ ਕੀ ਕਰਨਾ ਹੁੰਦਾ, ਧਿਆਨ ਦੇਣਾ ਹੁੰਦਾ। ਆਪਾਂ ਨੇ ਸਿਰਫ ਉਹਨਾਂ ਨੂੰ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਨਹੀਂ ਕਰਾਉਣਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਇਹਦੇ ਅੰਦਰ ਆ ਜਾਂਦੀਆਂ ਨੇ। ਮੈਨੇਜਮੈਂਟ ਆਫ ਓਪਰੇਸ਼ਨ, ਜਿਹੜਾ ਓਪਰੇਸ਼ਨ ਰੈਫਰ ਟੂ ਐਕਟੀਵਿਟੀ ਆਫ ਪ੍ਰੋਡਕਸ਼ਨ ਸਾਈਕਲ ਸਚ ਐਜ਼ ਬਾਇੰਗ ਇਨਪੁਟ, ਕਨਵਰਟਿੰਗ ਦੈਮ ਇਨਟੂ ਸੈਮੀ ਫਿਨਿਸ਼ਡ ਗੁੱਡਸ। ਠੀਕ ਹੈ। ਮੈਨੇਜਮੈਂਟ ਆਫ ਓਪਰੇਸ਼ਨ concentrate on mixing management of work with management of people, deciding what work has to be done, how it has to be done and who do it। ਕਹਿੰਦੇ ਮੈਨੇਜਮੈਂਟ ਕੀ ਹੈ, ਇੱਕ ਓਪਰੇਸ਼ਨ ਦੀ ਤਰ੍ਹਾਂ ਚੱਲਦੀ ਹੈ। ਓਪਰੇਸ਼ਨ ਦਾ ਮਤਲਬ ਇਹ ਹੁੰਦਾ ਹੈ ਇੱਕ ਐਜੀ ਐਕਟੀਵਿਟੀ ਜਿਹਦੇ ਵਿੱਚ ਆਪਾਂ ਨੇ ਇਹ ਦੇਖਣਾ ਹੁੰਦਾ ਕਿ ਜਿਹੜਾ ਸਿਸਟਮ ਹੈ ਉਹ ਕਿਸ ਤਰੀਕੇ ਨਾਲ ਚੱਲਣਾ, ਕਿਵੇਂ ਆਪਾਂ ਨੇ ਸੈਮੀ ਫਿਨਿਸ਼ ਗੁੱਡਸ ਤੋਂ ਆਪਣਾ ਫਿਨਿਸ਼ ਗੁੱਡਸ ਦੇ ਵਿੱਚ ਜਾਣਾ, ਕਿਸ ਤਰੀਕੇ ਨਾਲ ਆਪਾਂ ਨੇ ਕੰਮ ਕਰਨਾ। ਤਾਂ ਇਹ ਓਪਰੇਸ਼ਨ ਦੇ ਵਿੱਚ ਪਤਾ ਲੱਗਦਾ ਹੈ। ਤਾਂ ਇਹ ਕੰਸਨਟਰੇਟ ਕਰਦੇ ਨੇਗੇ, ਵਰਕ ਨੂੰ ਵੀ ਨਾਲ ਲੈ ਕੇ ਚੱਲਦੇ ਨੇ, ਪੀਪਲ ਨੂੰ ਵੀ ਲੈ ਕੇ ਚੱਲਦੇ ਨੇ। ਇਹ ਡਿਸਾਈਡ ਕਰਦੇ ਨੇ ਕਿਹੜੀ ਜਗ੍ਹਾ 'ਤੇ ਕਿਹੜਾ ਬੰਦਾ ਕੰਮ ਕਰੇਗਾ, ਕਿੰਨੇ ਬੰਦੇ ਕੰਮ ਕਰਨਗੇ, ਕਿਵੇਂ ਕੰਮ ਹੋਊਗਾ ਅਤੇ ਕੌਣ ਇਸ ਚੀਜ਼ ਨੂੰ ਪਰਫੋਰਮ ਕਰੇਗਾ। ਇਹ ਸਾਰੀ ਚੀਜ਼ਾਂ ਓਪਰੇਸ਼ਨ ਦੇ ਵਿੱਚ ਆ ਜਾਂਦੀਆਂ ਨੇ। ਤਾਂ ਆਈ ਹੋਪ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਆਪਾਂ ਨੇ ਹਲੇ ਤੀਸਰਾ ਪੁਆਇੰਟ ਪੜ੍ਹਿਆ ਫੀਚਰ ਆਫ ਮੈਨੇਜਮੈਂਟ ਦਾ। ਅੱਗੇ ਆ ਜਾਓ ਸਟੂਡੈਂਟਸ, ਕਹਿੰਦੇ ਮੈਨੇਜਮੈਂਟ ਇਜ਼ ਏ ਕੰਟੀਨਿਊਸ ਪ੍ਰੋਸੈਸ। ਕਹਿੰਦੇ ਮੈਨੇਜਮੈਂਟ ਕੀ ਹੈ, ਹਮੇਸ਼ਾ ਇੱਕ ਕੰਟੀਨਿਊ ਪ੍ਰੋਸੈਸ ਹੈ।
Management is a continue or never ending function. All the function of management are performed continuously. For example, planning, organizing, staffing, directing, controlling are performing by the all the manager all the time. Sometimes they are doing planning, then staffing, organizing। ਤਾਂ ਦੇਖੋ ਮੈਨੇਜਮੈਂਟ ਇੱਕ ਕੰਟੀਨਿਊ ਪ੍ਰੋਸੈਸ ਹੈ, ਐਵੇਂ ਨਹੀਂ ਕਿ ਇੱਕ ਜਗ੍ਹਾ 'ਤੇ ਜਾ ਕੇ ਇਹਦਾ ਐਂਡ ਹੋ ਜਾਊਗਾ। ਇਹ ਹਰ ਟਾਈਮ ਚੱਲਦੀ ਰਹੂਗੀ, ਹਰ ਟਾਈਮ ਨਵੀਂ ਸਿਚੁਏਸ਼ਨ ਆਉਂਦੀਆਂ ਨੇ, ਹਰ ਟਾਈਮ ਕੋਈ ਨਾ ਕੋਈ ਚੀਜ਼ ਆਉਂਦੀ ਰਹਿੰਦੀ ਹੈ ਜਿਹਦੇ ਵਿੱਚ ਕੰਟੀਨਿਊਸਲੀ ਮੈਨੇਜਮੈਂਟ ਦੀ ਚੱਲਦੀ ਰਹਿੰਦੀ ਹੈ। ਅਤੇ ਇਹ ਇਸ ਲਈ ਇਹ ਇੱਕ ਕੰਟੀਨਿਊ ਪ੍ਰੋਸੈਸ ਹੈ, ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ। ਤਾਂ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਮੈਨੇਜਮੈਂਟ ਇਜ਼ ਅ ਗਰੁੱਪ ਐਕਟੀਵਿਟੀ, ਕਹਿੰਦੇ ਮੈਨੇਜਮੈਂਟ ਇੱਕ ਕੀ ਹੈ, ਗਰੁੱਪ ਐਕਟੀਵਿਟੀ ਹੈ। Management always refer to a group of people involved in managerial activity. Each individual performed is her role at his her status and department. Then only management function can be executed. Even the result of management affect every individual and every department of organization. So it always refer to a group effort and not ਦ ਇੰਡੀਵਿਜੂਅਲ ਐਫਰਟ ਆਫ ਵਨ ਪਰਸਨ। ਕਹਿੰਦੇ ਜਿਹੜਾ ਮੈਨੇਜਮੈਂਟ ਹੈ, ਸਿਸਟਮ ਹੈ ਨਾ, ਉਹ ਇਕੱਲਾ ਇੱਕ ਬੰਦਾ ਕੰਮ ਨਹੀਂ ਕਰ ਸਕਦਾ ਉਹਦੇ ਵਿੱਚ, ਉਹ ਹਮੇਸ਼ਾ ਕਿਹਦੇ ਨਾਲ ਚੱਲਦਾ, ਗਰੁੱਪ ਨਾਲ ਚੱਲਦਾ ਹੈ। ਐਵੇਂ ਨਹੀਂ ਇੱਕ ਬੰਦਾ ਹੀ ਸਾਰੇ ਕੰਮ ਸਾਂਭ ਲੂਗਾ, ਉਹ ਸਾਰੇ ਬੰਦੇ ਹੀ ਉਸ ਦੇ ਵਿੱਚ ਅਲੱਗ ਜਗ੍ਹਾ 'ਤੇ ਕੰਮ ਕਰਦੇ ਨੇ, ਜਿਹਦੇ ਨਾਲ ਸਾਰੇ ਟੀਮ ਵਰਕ ਕੰਮ ਹੁੰਦਾ, ਗਰੁੱਪ ਐਕਟੀਵਿਟੀ ਨਾਲ ਕੰਮ ਹੁੰਦਾ, ਜਿਸ ਨਾਲ ਕੀ ਹੁੰਦਾ ਫਿਰ ਆਪਣੇ ਔਰਗਨਾਈਜੇਸ਼ਨ ਦੇ ਜਿਹੜੇ ਗੋਲਸ ਹੁੰਦੇ ਨੇ ਉਹ ਅਚੀਵ ਹੋ ਪਾਉਂਦੇ ਨੇ। ਤਾਂ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਮੈਨੇਜਮੈਂਟ ਕੀ ਹੈ, ਇੱਕ ਡਾਇਨਾਮਿਕ ਫੰਕਸ਼ਨ ਹੈ। ਕਹਿੰਦੇ ਡਾਇਨਾਮਿਕ ਫੰਕਸ਼ਨ ਦਾ ਮਤਲਬ ਕੀ ਹੁੰਦਾ, ਹਰ ਟਾਈਮ ਇਹ ਕੀ ਹੈ, ਚੇਂਜ ਹੁੰਦਾ ਰਹਿੰਦਾ। ਇਹ ਕਿਵੇਂ ਚੇਂਜ ਹੁੰਦਾ ਰਹਿੰਦਾ, ਦੇਖੋ ਕੋਈ ਇਕਨੋਮਿਕਲ, ਸੋਸ਼ਲ, ਟੈਕਨੀਕਲ, ਪੋਲੀਟੀਕਲ, ਬਹੁਤ ਸਾਰੀ ਇਨਵਾਇਰਮੈਂਟ ਦੀਆਂ ਚੇਂਜਸ ਹੁੰਦੀਆਂ ਰਹਿੰਦੀਆਂ। ਕੋਈ ਮਤਲਬ ਪੋਲੀਟਿਕਸ ਦੇ ਰੂਲ ਨਏ ਆ ਗਏ, ਕੋਈ ਲੀਗਲ ਰੂਲ ਨਏ ਆ ਗਏ, ਕੋਈ ਸੋਸ਼ਲ ਰੂਲ ਨਏ ਆ ਗਏ, ਜਿਸ ਨਾਲ ਬਿਜ਼ਨਸ 'ਤੇ ਡਾਇਰੈਕਟ ਔਰ ਇਨਡਾਇਰੈਕਟ ਇਫੈਕਟ ਪੈਂਦਾ ਹੈ। ਤਾਂ ਉਸ ਸਿਚੁਏਸ਼ਨ ਤੋਂ ਉੱਭਰਨ ਵਾਸਤੇ ਜਿਹੜੀ ਮੈਨੇਜਮੈਂਟ ਹੁੰਦੀ ਹੈ ਉਹ ਹਮੇਸ਼ਾ ਕੀ ਹੈ, ਇੱਕ ਡਾਇਨਾਮਿਕ ਸਿਸਟਮ ਨਾਲ ਚੱਲਦੀ ਹੈ, ਹਮੇਸ਼ਾ ਆਪਣੇ ਆਪ ਨੂੰ ਚੇਂਜ ਕਰਕੇ ਰੱਖਦੀ ਹੈ ਕਿ ਇਸ ਤਰੀਕੇ ਦੀ ਸਿਚੁਏਸ਼ਨ ਆ ਜਾਏ ਤਾਂ ਅਸੀਂ ਉਸ ਚੀਜ਼ ਨੂੰ ਕਿਵੇਂ ਹੈਂਡਲ ਕਰਨਾ ਹੈ। ਇਹ ਮੈਨੇਜਮੈਂਟ ਤੋਂ ਹੀ ਹੁੰਦਾ ਹੈ, ਮੈਨੇਜਮੈਂਟ ਹੀ ਇਸ ਚੀਜ਼ ਨੂੰ ਦੱਸਦੀ ਹੈ। ਤਾਂ ਆਈ ਹੋਪ ਤੁਹਾਨੂੰ ਆਹ ਵਾਲਾ ਪੁਆਇੰਟ ਵੀ ਕਲੀਅਰ ਹੋ ਗਿਆ ਹੋਣਾ। ਅੱਗੇ ਦੇਖੋ, ਇਹ ਇੱਕ ਇਨਟੈਂਜੀਬਲ ਹੈ। ਮੈਨੇਜਮੈਂਟ ਫੰਕਸ਼ਨ ਕੈਨ ਨਾਟ ਬੀ ਫਿਜ਼ੀਕਲੀ ਸੀਨ ਬਟ ਇਟਸ ਪ੍ਰੈਜ਼ੈਂਸ ਕੈਨ ਬੀ ਫੈਲਟ। ਕਹਿੰਦੇ ਮੈਨੇਜਮੈਂਟ ਕੀ ਹੈ, ਇੱਕ ਫਿਜ਼ੀਕਲੀ ਇਹਨੂੰ ਆਪਾਂ ਦੇਖ ਨਹੀਂ ਸਕਦੇ, ਬਸ ਇਹਨੂੰ ਕੀ ਕਰ ਸਕਦੇ ਹਾਂ, ਇੱਕ ਫੀਲ ਕਰ ਸਕਦੇ ਹਾਂ, ਕਿਉਂਕਿ ਮੈਨੇਜਮੈਂਟ ਦਾ ਬਸ ਇੱਕ ਦਿਖਦੀ ਹੈ ਆਪਾਂ ਨੂੰ, ਠੀਕ ਮਤਲਬ ਆਪਾਂ ਉਹ ਨਹੀਂ ਦੇਖ ਸਕਦੇ, ਸਿਰਫ ਇੱਕ ਆਪਾਂ ਨੂੰ ਫੀਲਿੰਗ ਦੇ ਥਰੂ ਦਿਖਦੀ ਹੈ ਕਿ ਹਾਂ ਇੱਕ ਮੈਨੇਜਮੈਂਟ ਹੈ, ਬੈਟਰ ਹੈ। ਤਾਂ ਉਹ ਇੱਥੇ ਔਰਗਨਾਈਜੇਸ਼ਨ ਦਾ ਜਿਹੜਾ ਕੰਮ ਹੈ, ਇਨਵਾਇਰਮੈਂਟ ਹੈ, ਡਿਸਿਪਲਿਨ ਇਨਵਾਇਰਮੈਂਟ ਹੈ, ਜੋ ਔਰਗਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਦੇ ਵਿੱਚ ਕੀ ਹੈ, ਹੈਲਪਫੁਲ ਹੁੰਦਾ। ਤਾਂ ਉਹ ਚੀਜ਼ ਕੀ ਹੈ, ਮੈਨੇਜਮੈਂਟ ਦੁਆਰਾ ਪਤਾ ਲੱਗਦੀ ਹੈ, ਇਸ ਲਈ ਕਿ ਇੱਕ ਇਨਟੈਂਜੀਬਲ ਹੈ। ਤਾਂ ਹੁਣ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣੇ ਸਟੂਡੈਂਟਸ। ਹੁਣ ਤਾਂ ਆਪਾਂ ਇੱਕ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ, ਅਤੇ ਹੁਣ ਆਹ ਪਤਾ ਲੱਗ ਗਿਆ ਤੁਹਾਨੂੰ ਸਾਰਿਆਂ ਨੂੰ, ਇੱਕ ਜਿਵੇਂ ਮੈਨੇਜਮੈਂਟ ਦੇ ਜਿਹੜੇ ਕੀ ਫੀਚਰਸ ਨੇਗੇ, ਜਿਹੜੇ ਫੀਚਰਸ ਤੁਹਾਨੂੰ ਪਤਾ ਲੱਗ ਗਏ ਹੋਣਗੇ। 7 ਪੁਆਇੰਟ ਆਪਾਂ ਕਰ ਲਏ ਇਹਦੇ ਅੰਦਰ। ਅੱਗੇ ਦੇਖੋ, ਇਹਦੇ ਰਿਲੇਟਡ ਆਪਾਂ ਹੁਣ ਕੇਸ ਸਟੱਡੀਜ਼ ਕਰਾਂਗੇ। ਦੇਖੋ ਸਟੂਡੈਂਟਸ, ਜਿਹੜਾ ਹੁਣ ਆਪਾਂ ਕੰਸੈਪਟ ਪੜ੍ਹਿਆ ਉਹਦੇ ਉੱਤੇ ਕੇਸ ਸਟੱਡੀਜ਼ ਨੇ, ਜਿਵੇਂ ਇਜ਼ ਪਲੈਨਿੰਗ, ਔਰਗਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ ਐਂਡ ਕੰਟਰੋਲਿੰਗ ਅਪਲਾਈਡ in organization such as school, club, restaurant, hospital? If yes, which characteristics of management does it significance? Explain its feature। ਕਹਿੰਦੇ ਹੁਣ ਦੇਖੋ, ਜਿਹੜੀ ਆਹ ਪਲੈਨਿੰਗ ਮੈਨੇਜਮੈਂਟ ਹੈ ਉਹ ਕਿਤੇ ਲੱਗ ਰਹੀ ਹੈ, ਔਰਗਨਾਈਜੇਸ਼ਨ, ਸਟਾਫਿੰਗ, ਕੰਟਰੋਲਿੰਗ, ਇਹ ਸਾਰੀ ਚੀਜ਼ਾਂ ਕਿਸ 'ਤੇ ਲੱਗ ਰਹੀਆਂ ਨੇਗੀਆਂ, ਸਕੂਲ, ਸਾਰੀ ਜਗ੍ਹਾ 'ਤੇ ਲੱਗ ਰਹੀਆਂ। ਉਹ ਕਹਿ ਰਹੇ ਨੇ, ਕਹਿੰਦੇ ਇਸ ਲਈ ਮੈਨੇਜਮੈਂਟ ਕੀ ਆ, ਪਰਵੇਸਿਵ ਹੈ। ਮੈਂ ਤੁਹਾਨੂੰ ਦੱਸਿਆ ਸੀ, ਜੋ ਹਰ ਜਗ੍ਹਾ 'ਤੇ ਅਪਲਾਈ ਹੋਵੇ ਉਹਨੂੰ ਕੀ ਕਹਿੰਦੇ ਨੇ, ਪਰਵੇਸਿਵ ਹੈ। ਇਹ ਪਤਾ ਲੱਗ ਗਿਆ ਹੋਊਗਾ ਸਾਰਿਆਂ ਨੂੰ। ਅਤੇ ਇਹਦੇ ਫੀਚਰ ਵਿੱਚ ਇਹਨੂੰ ਐਕਸਪਲੇਨ ਕਰ ਦੇਣਾ, ਤੁਹਾਨੂੰ ਪਤਾ ਹੀ ਹੈ ਇਹ, ਹੁਣੇ ਆਪਾਂ ਪੜ੍ਹ ਕੇ ਹਟੇ। ਦ ਟਾਸਕ ਆਫ ਮੈਨੇਜਮੈਂਟ ਇਜ਼ ਟੂ ਬੀ ਮੇਕ people work towards achieving the organization goal by making their strength effective and their weakness irrelevant। ਠੀਕ ਹੈ, ਤਾਂ ਹੁਣ ਇਹਦੇ ਵਿੱਚ ਕੀ ਹੈ, ਦੇਖੋ ਜੇਕਰ ਪੀਪਲ ਕੰਮ ਸਹੀ ਤਰੀਕੇ ਨਾਲ ਕਰ ਰਿਹਾ ਤਾਂ ਉਹਦੀ ਵਧੀਆ ਸਟਰੈਂਥ ਦਾ ਮੈਨੇਜਮੈਂਟ ਹੋ ਗਿਆ। ਅਗਰ ਨਹੀਂ ਕਰ ਰਿਹਾ ਤਾਂ ਵੀਕਨੈਸ ਦੇ ਅਕੋਰਡਿੰਗ ਹੋ ਗਿਆ। ਇਹ ਕਿਹੜਾ ਡਿਮੈਂਸ਼ਨ ਹੈ ਆਫ ਮੈਨੇਜਮੈਂਟ ਹੈ, ਇਸ ਲਈ ਆਪਾਂ ਹੁਣੀ ਪੜ੍ਹਿਆ ਸੀ ਪੀਪਲ ਦਾ। ਜੇ ਪੀਪਲ ਵਧੀਆ ਤਰੀਕੇ ਨਾਲ ਕੰਮ ਕਰੇਗਾ ਮੈਨੇਜਮੈਂਟ ਉਹਦਾ, ਤਾਂ ਉੱਥੇ ਕੀ ਹੈ, ਸਟਰੈਂਥਨੈਸ ਹੋਏਗੀ, ਨਹੀਂ ਤਾਂ ਵੀਕਨੈਸ ਹੋ ਜਾਏਗੀ।
ਡੋਮੀਨੋਜ਼ ਪੀਜ਼ਾ ਕੀ ਹੈ, ਇੰਟਰੋਡਿਊਸ ਨਿਊ ਵੈਰਾਈਟੀ, ਉਹਨੇ ਨਈ ਵੈਰਾਈਟੀ ਪੀਜ਼ਾ ਦੀ ਪਾਈ। ਫਿਰ ਕੀ ਹੈ, ਹੁਣ ਇਹ ਕਿਹੜੀ ਕਰੈਕਟਰਿਸਟਿਕਸ ਨੂੰ ਹਾਈਲਾਈਟ ਕਰ ਰਿਹਾ, ਤਾਂ ਇਹ ਡਾਇਨਾਮਿਕ ਨੂੰ ਕਰ ਰਿਹਾ। ਦਾ ਡਾਇਨਾਮਿਕ ਵੀ ਹੋ ਗਿਆ ਕਿਉਂਕਿ ਨਹੀਂ ਹਰ ਟਾਈਮ ਬਾਰ ਚੇਂਜਸ ਹੁੰਦੀ ਰਹਿੰਦੀ ਹੈ, ਕਿਸੇ ਕੰਪੀਟੀਸ਼ਨ ਦੀ ਵਜ੍ਹਾ ਨਾਲ, ਸੋਸ਼ਲ ਨਾਲ, ਕਿਸੇ ਵੀ ਡਿਮਾਂਡ ਦੀ ਵਜ੍ਹਾ ਨਾਲ ਚੇਂਜ ਹੋ ਜਾਣਾ, ਉਹ ਡਾਇਨਾਮਿਕ ਵਾਲਾ ਕੰਸੈਪਟ ਹੋ ਜਾਂਦਾ। ਤਾਂ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਸਟੂਡੈਂਟਸ, ਕੇਸ ਸਟੱਡੀਜ਼। ਤਾਂ ਇਹੀ ਇਹਦੇ ਵਿੱਚ ਫਾਇਦਾ ਹੈ ਕਿ ਜੀ ਅਗਰ ਨਾਲ ਦੀ ਨਾਲ ਤੁਹਾਡੀ ਕੰਸੈਪਟ ਦੇ ਨਾਲ ਨਾਲ ਤੁਹਾਡੀ ਕੇਸ ਸਟੱਡੀਆਂ ਵੀ ਕਲੀਅਰ ਹੋਈ ਜਾਂਦੀਆਂ ਨੇਗੀਆਂ। ਅੱਗੇ ਦੇਖੋ ਸਟੂਡੈਂਟ, ਓਬਜੈਕਟਿਵ ਆਫ ਮੈਨੇਜਮੈਂਟ। ਓਬਜੈਕਟਿਵ ਆਫ ਮੈਨੇਜਮੈਂਟ 'ਚ ਕੀ ਆਉਂਦਾ, ਇਹਦੇ ਓਬਜੈਕਟਿਵਸ ਆਰ ਦਾ ਐਂਡਸ ਟੂਵਰਡ ਵਿਚ ਦਾ ਐਕਟੀਵਿਟੀ ਆਫ ਆਰਗੇਨਾਈਜੇਸ਼ਨ ਆਰ ਡਾਇਰੈਕਟਡ। ਇਹਦੇ ਆਰਗੇਨਾਈਜੇਸ਼ਨ ਓਬਜੈਕਟਿਵ, ਸੋਸ਼ਲ ਓਬਜੈਕਟਿਵ, ਪਰਸਨਲ ਓਬਜੈਕਟਿਵ, ਤਿੰਨ ਤਰ੍ਹਾਂ ਦੇ ਓਬਜੈਕਟਿਵਸ ਹੁੰਦੇ ਨੇ, ਆਰਗੇਨਾਈਜੇਸ਼ਨ, ਸੋਸ਼ਲ ਅਤੇ ਪਰਸਨਲ। ਆਰਗੇਨਾਈਜੇਸ਼ਨ ਓਬਜੈਕਟਿਵ ਕਿਹੜੇ ਹੁੰਦੇ ਨੇ, these objectives aim at prosperity and growth of the organization. Generally, it is assumed that profit maximization is the main objective of every organization. It is not true. ਹੁਣ ਆਪਾਂ +1 ਦੇ ਵਿੱਚ ਪੜ੍ਹਦੇ ਆ ਰਹੇ ਸੀ ਕਿ ਜਿਹੜਾ ਜਿਵੇਂ ਆਰਗੇਨਾਈਜੇਸ਼ਨ ਦਾ ਜਿਹੜਾ ਕੋਈ ਵੀ ਓਬਜੈਕਟਿਵ ਹੋਊਗਾ, ਪ੍ਰੋਫਿਟ ਕਮਾਉਣਾ ਹੁੰਦਾ ਕਿ ਹੁਣ, ਪਰ ਆਪਾਂ ਜੇਕਰ ਉਹਦੇ ਅਕੋਰਡਿੰਗ ਦੇਖੀਏ, ਮੈਨੇਜਮੈਂਟ ਦੇ ਅਕੋਰਡਿੰਗ, ਇਕੱਲਾ ਪ੍ਰੋਫਿਟ ਕਮਾਉਣਾ ਇਹਦਾ ਓਬਜੈਕਟਿਵ ਮੇਨ ਨਹੀਂ ਹੁੰਦਾ। ਇਟ ਇਜ਼ ਨੋਟ ਟਰੂ। ਅੱਗੇ ਦੇਖਦੇ ਹਾਂ ਆਪਾਂ ਅਗਲੇ ਪੇਜ 'ਤੇ। ਤਾਂ ਸਟੂਡੈਂਟਸ ਇਹਦੇ ਵਿੱਚ ਜਿਹੜੇ ਮੇਨ ਓਬਜੈਕਟਿਵ ਇਹਦਾ ਪ੍ਰੋਫਿਟ ਕਮਾਉਣਾ ਨਹੀਂ ਹੁੰਦਾ, ਤਾਂ ਇਟ ਇਜ਼ ਨੋਟ ਟਰੂ। ਠੀਕ ਹੈ, ਇਹਦਾ ਨਾਲ ਹੋਰ ਵੀ ਕੁਛ ਸਮ ਏਰੀਆਜ਼ ਹੁੰਦੇ ਨੇ ਜੋ ਇਸ ਨੂੰ ਲੈ ਕੇ ਚੱਲਦੇ ਨੇ। ਪਹਿਲਾਂ ਤਾਂ ਕੀ ਹੁੰਦਾ, ਸਰਵਾਈਵਲ ਵਾਲਾ ਪੁਆਇੰਟ ਹੁੰਦਾ ਇਹਦਾ ਓਬਜੈਕਟਿਵ 'ਚ। ਸਰਵਾਈਵਲ, ਪਹਿਲਾਂ ਤਾਂ ਕੋਈ ਵੀ ਆਰਗੇਨਾਈਜੇਸ਼ਨ ਦਾ ਜੋ ਬਿਜ਼ਨਸ ਸਟਾਰਟ ਹੋਏਗਾ, ਪਹਿਲਾਂ ਤਾਂ ਉਹ ਪਰਸਨ ਸਰਵਾਈਵ ਕਰੇਗਾ। ਐਵੇਂ ਨਹੀਂ ਹੈਗਾ ਕਿ ਉਹ ਮਤਲਬ ਉਹ ਬੰਦਾ ਹਾਂ ਹੁਣੀ ਬਿਜ਼ਨਸ ਸਟਾਰਟ ਕੀਤਾ, ਹੁਣੀ ਆਰਗੇਨਾਈਜੇਸ਼ਨ ਸਟਾਰਟ ਕੀਤਾ, ਹੁਣੀ ਉਹਨੂੰ ਪ੍ਰੋਫਿਟ ਹੋਣਾ ਚਾਲੂ ਹੋ ਜੇ, ਹੁਣੀ ਸਾਰਾ ਕੁਛ ਉਹ ਬੈਨੀਫਿਟ ਉਠਾਉਣਾ ਚਾਲੂ ਕਰ ਦੇ। ਇਸ ਤਰੀਕੇ ਨਾਲ ਨਹੀਂ ਹੁੰਦਾ ਸਿਸਟਮ ਸਰਵਾਈਵਲ 'ਚ। ਠੀਕ ਹੈ, ਨੈਕਸਟ ਪੁਆਇੰਟ ਆ ਜਾਂਦਾ ਪ੍ਰੋਫਿਟ। ਦਾ ਮੋਸਟ ਇੰਪੋਰਟੈਂਟ ਓਬਜੈਕਟਿਵ ਆਫ ਐਵਰੀ ਆਰਗੇਨਾਈਜੇਸ਼ਨ ਇਜ਼ ਅਰਨਿੰਗ ਐਡਿਕੁਏਟ ਅਮਾਊਂਟ ਆਫ ਪ੍ਰੋਫਿਟ। ਕਹਿੰਦੇ ਜਿਹੜਾ ਆਰਗੇਨਾਈਜੇਸ਼ਨ ਦਾ ਜਿਹੜਾ ਓਬਜੈਕਟਿਵ ਹੁੰਦਾ ਉਹ ਕੀ ਹੈ, ਪ੍ਰੋਫਿਟ ਕਮਾਉਣਾ ਹੁੰਦਾ। ਠੀਕ ਹੈ, ਉਹ ਤਾਂ ਹੀ ਹੁਣ ਜੇਕਰ ਆਪਣਾ ਬਿਜ਼ਨਸ ਪ੍ਰੋਫਿਟ ਕਮਾਉਣ, ਪਹਿਲਾਂ ਸਰਵਾਈਵ ਕਰ ਲਿਆ ਆਪਾਂ ਨੇ, ਸਰਵਾਈਵ ਕਰਨ ਤੋਂ ਬਾਅਦ ਆਪਾਂ ਕੀ ਹੈ, ਉਸ ਤੋਂ ਬਾਅਦ ਬਿਜ਼ਨਸ ਨੂੰ ਆਪਾਂ ਕੀ ਕਰ ਸਕਦੇ ਹਾਂ, ਪ੍ਰੋਫਿਟ ਕਮਾ ਸਕਦੇ ਹਾਂ। ਕਿ ਹੌਲੀ ਹੌਲੀ ਆਪਣਾ ਪ੍ਰੋਫਿਟ ਹੋਣ ਲੱਗ ਗਿਆ, ਤਾਂ ਹੀ ਆਪਾਂ ਬਿਜ਼ਨਸ ਦੇ ਰਿਸਕ ਕੀ ਹੈ ਕਿ ਕਵਰ ਕਰ ਪਾਵਾਂਗੇ, ਤਾਂ ਹੀ ਆਪਾਂ ਆਰਗੇਨਾਈਜੇਸ਼ਨ ਨੂੰ ਅੱਗੇ ਵਧਾ ਸਕਾਂਗੇ। ਠੀਕ ਹੈ, ਹੁਣ ਅੱਗੇ ਆਉਂਦਾ ਗਰੋਥ। ਜੇਕਰ ਪ੍ਰੋਫਿਟ ਸਰਵਾਈਵ ਵੀ ਕਰ ਲਿਆ, ਪ੍ਰੋਫਿਟ ਵੀ ਕਮਾ ਲਿਆ, ਅੱਗੇ ਜਾ ਕੇ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਗਰੋ ਕਰ ਸਕਦੇ ਹਾਂ, ਆਪਣੇ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਹਾਂ। ਠੀਕ ਹੈ, ਇਹ ਵਾਲਾ ਪੁਆਇੰਟ ਇਹਦੇ ਵਿੱਚ ਆ ਜਾਂਦਾ ਹੈ। ਅੱਗੇ ਦੇਖਿਓ ਸੋਸ਼ਲ ਓਬਜੈਕਟਿਵ, ਇਹ ਸਾਰੇ ਤੁਸੀਂ +1 ਦੇ ਵਿੱਚ ਪੜ੍ਹੇ ਹੋਏ ਨੇਗੇ ਕਲੀਅਰ ਕੱਟ, ਇਸ ਲਈ ਤੁਹਾਨੂੰ ਇਹਦੇ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਦੇਖੋ ਸੋਸ਼ਲ ਓਬਜੈਕਟਿਵ ਕੀ ਹੁੰਦੇ ਨੇ, ਸੋਸ਼ਲ ਓਬਜੈਕਟਿਵ ਆਫ ਦੀ ਆਰਗੇਨਾਈਜੇਸ਼ਨ ਡੀਲ ਵਿਦ ਦਾ ਕਮਿਟਮੈਂਟ ਆਫ ਆਰਗੇਨਾਈਜੇਸ਼ਨ ਟੂਵਰਡ ਦਾ ਸੋਸਾਇਟੀ। Business organization are the part of society. They earn by using the resources of society, so they must do something for society. The major social objective ਕਿਹੜੇ ਨੇਗੇ, ਸਪਲਾਈ ਕਰਨਾ ਕੁਆਲਿਟੀ ਪ੍ਰੋਡਕਟ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਹੁਣ ਆਪਾਂ ਜੇਕਰ ਇਕੱਲਾ ਪ੍ਰੋਫਿਟ ਦੇਖੀ ਜਾਵਾਂਗੇ, ਲੋਕਾਂ ਦੇ ਬਾਰੇ ਸੋਚਾਂਗੇ ਨਹੀਂ, ਸਮਾਜ ਬਾਰੇ ਸੋਚਾਂਗੇ ਨਹੀਂ, ਤਾਂ ਵੀ ਆਪਾਂ ਬਿਜ਼ਨਸ ਦੇ ਵਿੱਚ ਜ਼ਿਆਦਾ ਸਕਸੈਸਫੁਲ ਨਹੀਂ ਹਾਸਿਲ ਕਰ ਸਕਦੇ, ਬਿਜ਼ਨਸ 'ਚ ਜ਼ਿਆਦਾ ਸਰਵਾਈਵ ਵੀ ਨਹੀਂ ਕਰ ਸਕਦੇ। ਇਸ ਲਈ ਆਪਾਂ ਨੇ ਬਿਜ਼ਨਸ ਕਿਵੇਂ ਉਹ ਲੋਕਾਂ ਨੂੰ ਕੁਆਲਿਟੀ ਵੀ ਪ੍ਰੋਵਾਈਡ ਕਰਨੀ ਹੈ, ਰੀਜ਼ਨੇਬਲ ਪ੍ਰਾਈਸ ਵੀ ਦੇਣਾ ਹੈ। ਠੀਕ ਹੈ, ਆਪਾਂ ਨੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਡਿਜ਼ਾਇਰ ਨੂੰ ਪੂਰਾ ਕਰਨਾ, ਇਕਨੋਮਿਕ ਵੈਲਥ ਜਨਰੇਟ ਕਰਨੀ, ਇੰਪਲੋਇਮੈਂਟ ਓਪਰਚੁਨਿਟੀਜ਼ ਦੇਣੀਆਂ ਨੇਗੀਆਂ, ਫਾਈਨੈਂਸ਼ੀਅਲ ਸਪੋਰਟ, ਹੈਲਥ ਐਜੂਕੇਸ਼ਨ, ਹੈਲਥ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਕਰਾਉਣੇ ਨੇ। ਠੀਕ ਹੈ, ਪਾਰਟੀਸਪੇਟ ਕਰਨਾ NGOs ਦੇ ਅਕੋਰਡਿੰਗ, ਫਰੈਂਡਲੀ ਮੈਥਡ ਰੱਖਣਾ, ਇਨਵਾਇਰਮੈਂਟ ਫਰੈਂਡਲੀ ਰੱਖਣਾ, ਵੀਕਰ ਸੈਕਸ਼ਨ ਨੂੰ ਉਹਨੂੰ ਹੋਰ ਕੀ ਹੈ ਹੋਰ ਉੱਪਰ ਉਠਾਉਣਾ। ਇਹ ਸਾਰੀਆਂ ਚੀਜ਼ਾਂ ਕੀ ਹੈ ਉਹ ਸੋਸ਼ਲ ਓਬਜੈਕਟਿਵ ਦਾ ਪੁਆਇੰਟ ਆ ਜਾਂਦਾ। ਅੱਗੇ ਕੀ ਆ ਜਾਂਦਾ ਸਟੂਡੈਂਟਸ, ਪਰਸਨਲ ਓਬਜੈਕਟਿਵਸ। ਪਰਸਨਲ ਓਬਜੈਕਟਿਵਸ ਦੇ ਵਿੱਚ ਕੀ ਹੁੰਦਾ ਸਟੂਡੈਂਟਸ ਕਿ ਹੁਣ ਦੇਖੋ ਪਰਸਨਲ ਓਬਜੈਕਟਿਵ ਕੀ ਹੋ ਗਿਆ ਕਿ ਜਿਹੜਾ ਇੰਪਲੋਈ ਤੁਹਾਡੇ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰ ਰਿਹਾ, ਉਹਦੀ ਕੀ ਹੈ ਸੈਲਰੀ ਫੁੱਲਫਿਲ ਕਰੋ, ਉਹਨੂੰ ਟ੍ਰੇਨ ਕਰੋ, ਉਹਨੂੰ ਪਰਸਨਲ ਗਰੋ ਕਰੋ, ਉਹਦੀ ਪਰਸਨਲ ਜੋ ਨੀਡਸ ਨੇਗੀਆਂ ਉਹ ਪੂਰੀ ਕਰੋ, ਉਹਨੂੰ ਇਨਵਾਇਰਮੈਂਟ ਇਹੋ ਜਿਹਾ ਦਿਓ ਕਿ ਉਹ ਆਰਗੇਨਾਈਜੇਸ਼ਨ 'ਚ ਬੈਟਰ ਫੀਲ ਕਰਕੇ ਕੰਮ ਕਰ ਸਕੇ, ਉਹਨੂੰ ਮੋਟੀਵੇਟ ਕਰੋ। ਹੋਰ ਕਿਹੜੇ ਪੁਆਇੰਟ ਆ ਜਾਂਦੇ ਨੇਗੇ, ਹੋਰ
ਉਹਨਾਂ ਨੂੰ ਸੈਲਫ ਰਿਸਪੈਕਟ ਦਿਓ, ਉਹਨਾਂ ਦੇ ਠੀਕ ਹੈ ਸੋਸ਼ਲ ਨੀਡ ਪੂਰੀ ਕਰੋ, ਵਰਕਿੰਗ ਕੰਡੀਸ਼ਨ ਵਧੀਆ ਦਿਓ, ਉਹੀ ਸਾਰੀ ਚੀਜ਼ਾਂ ਇਹਦੇ ਅੰਦਰ ਆ ਜਾਂਦੀ ਹੈ ਜਿਹੜੀ ਤੁਸੀਂ ਆਲਰੇਡੀ +1 'ਚ ਵੀ ਕਵਰ ਕਰ ਚੁੱਕੇ ਹੋ। ਤਾਂ ਸਟੂਡੈਂਟ ਇਹ ਵਾਲਾ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਸਟੂਡੈਂਟ ਤੁਹਾਡੇ ਸਾਹਮਣੇ ਕੇਸ ਸਟੱਡੀ ਦਿੱਤੀ ਹੋਈ ਹੈ, ਠੀਕ ਹੈ। XYZ ਪਾਵਰ ਲਿਮਟਿਡ ਸੈਟ ਅਪ ए फैक्ट्री फॉर मैन्युफैक्चरिंग सोलर lanterns in remote villages as there was no reliable supply of electricity in a rural area. Their revenue earned by the company as sufficient day to day, so that the company decided to increase production to generate higher sales. So for this they decided to employ people from nearby villages as very few job opportunity were available in that area. The company also decided to open schools and crèches for children of its employee। ਤਾਂ ਹੁਣ ਇਹ ਪੁੱਛ ਰਹੇ ਨੇ ਜਿਹੜੀ ਇੰਨੀਆਂ ਸਾਰੀਆਂ ਲਾਈਨਾਂ ਆਪਾਂ ਨੇ ਹੁਣ ਪੜ੍ਹੀਆਂ ਨੇ ਇਹਨਾਂ ਦੇ ਵਿੱਚ ਕਿਹੜਾ ਓਬਜੈਕਟਿਵ ਹੈ ਮੈਨੇਜਮੈਂਟ ਦਾ। ਹੁਣ ਆਪਾਂ ਨੇ 3 ਓਬਜੈਕਟਿਵ ਪੜ੍ਹੇ ਨੇ, ਇੱਕ ਤਾਂ ਔਰਗੇਨਾਈਜੇਸ਼ਨ ਓਬਜੈਕਟਿਵ, ਇੱਕ ਸੋਸ਼ਲ, ਇੱਕ ਪਰਸਨਲ। ਹੁਣ ਇਹ ਲਾਈਨਾਂ ਆਪਾਂ ਨੇ ਦੇਖਣੀਆਂ ਕਿ ਕਿਹੜੀ ਲਾਈਨ ਔਰਗੇਨਾਈਜੇਸ਼ਨ ਓਬਜੈਕਟਿਵ ਨੂੰ ਕਹਿ ਰਹੀ ਹੈ, ਕਿਹੜੀ ਸੋਸ਼ਲ ਨੂੰ ਕਹਿ ਰਹੀ ਹੈ, ਕਿਹੜੀ ਪਰਸਨਲ ਨੂੰ ਕਹਿ ਰਹੀ ਹੈ। ਹੁਣ ਦੇਖੋ ਰੈਲੀਵੈਂਟ ਲਾਈਨ ਕੀ ਹੈ, ਹੁਣ ਇਹਦੇ ਵਿੱਚ ਕੀ ਹੋਇਆ, ਦ ਰੈਵਨਿਊ ਦੇਖੋ ਦ ਰੈਵਨਿਊ ਅਰਨਡ ਬਾਈ ਕੰਪਨੀ ਵਾਜ ਸਫੀਸ਼ੀਐਂਟ ਡੇ ਬਾਈ ਡੇ। ਹੁਣ ਇਹਦੇ ਵਿੱਚ ਰੈਵਨਿਊ ਅਰਨਡ ਹੋ ਰਹੀ ਹੈ, ਇੱਥੇ ਵਿੱਚ ਕੀ ਹੋ ਰਿਹਾ ਔਰਗੇਨਾਈਜੇਸ਼ਨ ਦਾ ਗੋਲ ਵੀ ਅਚੀਵ ਹੋ ਰਿਹਾ, ਹਾਇਰ ਸੇਲ ਵੀ ਹੋ ਰਹੀ ਹੈ। ਤਾਂ ਇੱਥੇ ਤੱਕ ਤਾਂ ਔਰਗੇਨਾਈਜੇਸ਼ਨ ਦੇ ਗੋਲ ਅਚੀਵ ਹੋ ਰਹੇ ਨੇ। ਹੁਣ ਇਹਦੇ ਵਿੱਚ ਸੋਸ਼ਲ ਓਬਜੈਕਟਿਵ ਕਿੱਥੇ ਆ ਰਿਹਾ, ਸੋਸ਼ਲ ਓਬਜੈਕਟਿਵ ਇੰਪਲੋਇਮੈਂਟ ਆਪਾਂ ਓਪਰਚੁਨਿਟੀਜ਼ ਦੇ ਰਹੇ ਹਾਂ, ਠੀਕ ਹੈ। ਦੇਖੋ ਇੱਥੇ ਆ ਰਿਹਾ ਆਪਣਾ ਦੇ ਡਿਸਾਈਡ ਟੂ ਇੰਪਲੋਏ ਪੀਪਲ ਨੀਅਰ ਬਾਈ ਵਿਲੇਜਸ, ਇਹ ਵਾਲਾ ਇਹਦੇ ਵਿੱਚ ਆ ਗਿਆ। ਪਰਸਨਲ ਕੀ ਆ ਰਿਹਾ, ਇਹ ਓਪਨ ਸਕੂਲਸ ਖੋਲ੍ਹਦੇ ਬੱਚਿਆਂ ਵਾਸਤੇ ਜੋ ਇੰਪਲੋਈ ਨੂੰ ਵੀ ਉਹਦੇ ਵਿੱਚ ਜ਼ਿਆਦਾ ਫਾਇਦਾ ਹੋਵੇ, ਇਹ ਬੱਚਿਆਂ ਦੇ ਇੰਪਲੋਈ ਦੇ ਬੱਚੇ ਵੀ ਉੱਥੇ ਜ਼ਿਆਦਾ ਪੜ੍ਹ ਸਕਣ। ਤਾਂ ਇਹ ਸਾਰੀ ਚੀਜ਼ਾਂ ਕੀ ਨੇਗੀਆਂ ਓਬਜੈਕਟਿਵ ਆਫ ਮੈਨੇਜਮੈਂਟ ਆ ਜਾਂਦੀਆਂ। ਕਲੀਅਰ ਹੋ ਗਿਆ। ਕੇਸ ਸਟੱਡੀ ਵੀ ਆਪਾਂ ਤੁਹਾਨੂੰ ਇਸ ਟੌਪਿਕ ਦੇ ਰਿਲੇਟਡ ਮੈਨੇ ਕਰਾਤੀ। ਅਬ ਨੈਕਸਟ ਟੌਪਿਕ ਦੇਖੋ। ਨੈਕਸਟ ਟੌਪਿਕ ਦੇਖੋ ਸਟੂਡੈਂਟਸ, ਇੰਪੋਰਟੈਂਸ ਆਫ ਮੈਨੇਜਮੈਂਟ। ਦੇਖੋ ਸਟੂਡੈਂਟਸ ਇੰਪੋਰਟੈਂਸ ਆਫ ਮੈਨੇਜਮੈਂਟ ਦੇ ਵਿੱਚ ਕੀ ਆਉਂਦਾ, ਸਭ ਤੋਂ ਪਹਿਲਾ ਪੁਆਇੰਟ ਆਉਂਦਾ ਇੰਪੋਰਟੈਂਸ ਦਾ ਮਤਲਬ ਹੁੰਦਾ ਮਹੱਤਤਾ। ਮੈਨੇਜਮੈਂਟ ਹੈਲਪ ਇਨ ਅਚੀਵਿੰਗ ਗਰੁੱਪ ਗੋਲ, ਠੀਕ ਹੈ। ਮੈਨੇਜਮੈਂਟ ਕੀ ਹੈ, ਹੈਲਪ ਕਰਦੀ ਹੈ ਗਰੁੱਪ ਗੋਲ ਨੂੰ ਅਚੀਵ ਕਰਨ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਮੈਨੇਜਮੈਂਟ ਕੀ ਹੈ, ਹਮੇਸ਼ਾ ਗਰੁੱਪ ਦੇ ਅਕੋਰਡਿੰਗ ਚੱਲਦੀ ਹੈ। ਇਕੱਲਾ ਬੰਦਾ ਤਾਂ ਕੋਈ ਕੰਮ ਕਰ ਨਹੀਂ ਸਕਦਾ, ਹਰੇਕ ਦੀ ਐਫਰਟ ਇਹਦੇ ਵਿੱਚ ਇੰਪੋਰਟੈਂਟ ਹੁੰਦੀ ਹੈ। ਹਰੇਕ ਬੰਦਾ ਕੰਮ ਕਰਦਾ ਜੋ ਔਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ 'ਚ ਹੈਲਪ ਕਰਦਾ। ਕੋਈ ਬੰਦਾ ਆਪਣੇ ਪਰਸਨਲ ਤੌਰ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੁੰਦਾ। ਹਰ ਔਰਗੇਨਾਈਜੇਸ਼ਨ ਦਾ ਬੰਦਾ ਜੋ ਕੰਮ ਕਰੇਗਾ ਉਹ ਔਰਗੇਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ ਲਈ ਕਰੇਗਾ, ਜਿਹਦੇ ਨਾਲ ਗਰੁੱਪ ਜਦੋਂ ਸਾਰੇ ਬੰਦੇ ਮਿਲ ਕੇ ਕੰਮ ਕਰਨ ਤੇ ਔਰਗੇਨਾਈਜੇਸ਼ਨ ਦਾ ਗੋਲ ਵੀ ਕੀ ਹੋਊਗਾ, ਅਚੀਵ ਹੋਏਗਾ। ਮੈਨੇਜਮੈਂਟ ਇਨਕਰੀਜ਼ ਐਫੀਸ਼ੀਐਂਸੀ, ਮੈਨੇਜਮੈਂਟ ਹੀ ਕੀ ਕਰਦੀ ਹੈ, ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ 'ਚ ਹੈਲਪ ਕਰਦੀ ਹੈ। ਜਿੱਥੇ ਵੇਸਟੇਜ ਹੁੰਦੀਆਂ ਨੇ ਉੱਥੇ ਹੀ ਮੈਨੇਜਮੈਂਟ ਦੇਖਦੀ ਹੈ ਕਿ ਇੱਥੇ ਵੇਸਟੇਜ ਹੋ ਰਹੀ ਹੈ ਅਤੇ ਇੱਥੇ ਕੰਟਰੋਲ ਕਿਵੇਂ ਕੀਤਾ ਜਾਵੇ, ਉਹ ਮੈਨੇਜਮੈਂਟ ਦੁਆਰਾ ਹੁੰਦਾ। ਤਾਂ ਇਸ ਲਈ ਘੱਟ ਤੋਂ ਘੱਟ ਵੇਸਟੇਜ ਹੋ ਕੇ ਵੱਧ ਤੋਂ ਵੱਧ ਪ੍ਰੋਫਿਟ ਦਿਵਾਉਣ ਦੇ ਵਿੱਚ ਮੈਨੇਜਮੈਂਟ ਕੀ ਹੁੰਦੀ ਹੈ, ਇਹਦੇ ਵਿੱਚ ਹੈਲਪਫੁਲ ਹੁੰਦੀ ਹੈ। ਮੈਨੇਜਮੈਂਟ ਕ੍ਰੀਏਟ ਏ ਡਾਇਨਾਮਿਕ ਔਰਗੇਨਾਈਜੇਸ਼ਨ, ਮੈਨੇਜਮੈਂਟ ਕੀ ਹੈ, ਇੱਕ ਡਾਇਨਾਮਿਕ ਔਰਗੇਨਾਈਜੇਸ਼ਨ ਕ੍ਰੀਏਟ ਕਰਦੀ ਹੈ। ਡਾਇਨਾਮਿਕ ਔਰਗੇਨਾਈਜੇਸ਼ਨ ਮਤਲਬ ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ ਇਹ ਚੇਂਜਸ ਵਾਲਾ ਸਿਸਟਮ, ਇਹਦੇ ਵਿੱਚ ਜਿਵੇਂ ਔਰਗੇਨਾਈਜੇਸ਼ਨ ਦੇ 'ਚ ਇਨਵਾਇਰਮੈਂਟ ਅਚਾਨਕ ਚੇਂਜ ਹੋ ਜਾਂਦਾ, ਜਿਹਦੇ ਨਾਲ ਕੀ ਹੁੰਦਾ ਕਿ ਸਭ ਆਪਣੇ ਜਿਹੜਾ ਪਲਾਨ ਕੀਤਾ ਹੁੰਦਾ ਉਹ ਪਲਾਨ ਦੇ ਅਕੋਰਡਿੰਗ ਕੰਮ ਨਹੀਂ ਚੱਲ ਪਾ ਰਿਹਾ ਹੁੰਦਾ ਉਸ ਇਨਵਾਇਰਮੈਂਟ ਦੇ ਚੇਂਜ ਨਾਲ। ਜਿਹਦੇ ਨਾਲ ਕੀ ਹੁੰਦਾ ਮੈਨੇਜਮੈਂਟ ਇੱਕ ਇਹੋ ਜਿਹੀ ਹੈ ਜੋ ਆਪਣੇ ਆਪ ਨੂੰ ਹਿਸਾਬ ਨਾਲ ਢਾਲ ਲੈਂਦੀ ਹੈ ਕਿ ਅਗਰ ਬਹੁਤ ਸਾਰੇ ਚੇਂਜਸ ਵੀ ਹੋ ਜਾਣ ਤਾਂ ਵੀ ਉਸ ਦੇ ਵਿੱਚ ਵੀ ਇਸ ਕੰਡੀਸ਼ਨ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਸਾਂਭਣਾ, ਕਿਵੇਂ ਆਪਣੇ ਆਪ ਨੂੰ ਕੰਟਰੋਲ ਕਰਨਾ, ਕਿਸ ਤਰੀਕੇ ਨਾਲ ਔਰਗੇਨਾਈਜੇਸ਼ਨ ਦੀ ਸਾਰੀ ਜਿਹੜੀ ਚੀਜ਼ ਨੂੰ ਆਪਾਂ ਪਟੜੀ 'ਤੇ ਲੈ ਕੇ ਆਉਣਾ, ਤਾਂ ਇਹ ਸਾਰੀ ਚੀਜ਼ਾਂ ਮੈਨੇਜਮੈਂਟ ਦੁਆਰਾ ਹੁੰਦੀ ਹੈ। ਤਾਂ ਆਈ ਹੋਪ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਦੇਖੋ ਮੈਨੇਜਮੈਂਟ ਹੈਲਪ ਇਨ ਅਚੀਵਿੰਗ ਪਰਸਨਲ ਓਬਜੈਕਟਿਵ, ਕਹਿੰਦੇ ਮੈਨੇਜਮੈਂਟ ਪਰਸਨਲ ਓਬਜੈਕਟਿਵ ਨੂੰ ਅਚੀਵ ਕਰਨ ਦੇ ਵਿੱਚ ਵੀ ਹੈਲਪ ਕਰਦੀ ਹੈ। ਕਿਵੇਂ ਹੈਲਪ ਕਰਦੀ ਹੈ, ਅਤੇ ਮੈਨੇਜਮੈਂਟ ਦੇ ਵਿੱਚ ਕੀ ਹੁੰਦਾ ਹੁਣ ਦੇਖੋ ਲਿਖਿਆ ਹੋਇਆ ਐਨ ਐਫੀਸ਼ੀਐਂਟ ਮੈਨੇਜਰ ਇਜ਼ ਵਨ ਹੂ ਬਰਿੰਗ ਮੈਕਸੀਮਮ prosperity for employer as well as employee. Manager lead the people in such manner that along with the organization goal, a individual goal of employees is also achieved, as organization goal is individual goal are one direction only. ਕਹਿੰਦੇ ਮੈਨੇਜਮੈਂਟ
ਤੇ ਹੱਥ 'ਚ ਹੀ ਹੁੰਦਾ ਹੈ। ਜੇਕਰ ਇੱਕ ਇੰਪਲੋਈ ਇਹ ਸੋਚਣ ਲੱਗ ਜੇ ਕਿ ਮੈਂ ਆਪਦੇ ਹੀ ਲਈ ਕੰਮ ਕਰ ਰਿਹਾ, ਮੈਨੂੰ ਔਰਗਨਾਈਜੇਸ਼ਨ ਦੇ ਗੋਲ ਤੋਂ ਕੋਈ ਮਤਲਬ ਨਹੀਂ ਹੈਗਾ, ਤਾਂ ਫਿਰ ਉਹ ਬੰਦਾ ਕਦੇ ਵੀ ਔਰਗਨਾਈਜੇਸ਼ਨ ਦੇ ਗੋਲ ਨੂੰ ਅਚੀਵ ਕਰਨ 'ਚ ਹੈਲਪਫੁਲ ਨਹੀਂ ਹੋ ਸਕਦਾ। ਇਸ ਲਈ ਮੈਨੇਜਮੈਂਟ ਨੂੰ ਇਸ ਹਿਸਾਬ ਨਾਲ ਬਣਨਾ ਚਾਹੀਦਾ ਕਿ ਮਤਲਬ ਉਹਦੇ ਔਰਗਨਾਈਜੇਸ਼ਨ ਦੇ ਗੋਲ ਵੀ ਕੀ ਹੋ ਸਕਣ, ਅਚੀਵ ਹੋ ਸਕਣ। ਤਾਂ ਇਸ ਲਈ ਮੈਨੇਜਮੈਂਟ ਹੀ ਇਹਦੇ ਵਿੱਚ ਕੀ ਹੁੰਦੀ ਹੈ, ਹੈਲਪਫੁਲ ਹੁੰਦੀ ਹੈ। ਤਾਂਹੀਓ ਇਸ 'ਤੇ ਇਹ ਇੰਪੋਰਟੈਂਸ ਵਾਲਾ ਪਾਰਟ ਆ ਜਾਂਦਾ, ਜਿਹਦੇ ਨਾਲ ਕੀ ਹੁੰਦਾ, ਜਿਹੜਾ ਇਨਸਾਨ ਦੇ ਪਰਸਨਲ ਗਰੋਥ, ਪਰਸਨਲ ਜਿਹੜੇ ਗੋਲਸ ਚੱਲ ਰਹੇ ਹੁੰਦੇ ਨੇ ਉਹ ਵੀ ਉਹ ਉੱਥੋਂ ਹਟ ਕੇ ਉਹ ਔਰਗਨਾਈਜੇਸ਼ਨ ਦੇ ਗੋਲ ਦੇ ਵਿੱਚ ਕਨਵਰਟ ਹੋ ਜਾਂਦੇ ਨੇਗੇ। ਅੱਗੇ ਵਾਲਾ ਪੁਆਇੰਟ ਹੈਗਾ ਕਿ ਮੈਨੇਜਮੈਂਟ ਹੈਲਪ ਇਨ ਡਿਵੈਲਪਮੈਂਟ ਆਫ ਸੋਸਾਇਟੀ। ਕਹਿੰਦੇ ਮੈਨੇਜਮੈਂਟ ਇੱਕ efficient management always has multiple objective. They give due importance to social obligation toward different group of people such as employee, customer, supplier. It insists on providing quality goods, competitive salary, create employment opportunities. By increasing production, management also contribute to increase in GDP and leads the growth in nation. ਕਹਿੰਦੇ ਹਮੇਸ਼ਾ ਕੀ ਹੈ, ਜਿਹੜੀ ਮੈਨੇਜਮੈਂਟ ਹੈ ਉਹ ਡਿਵੈਲਪਮੈਂਟ ਕਰਦੀ ਹੈ ਸੁਸਾਇਟੀ ਦੇ, ਹਮੇਸ਼ਾ ਹਰ ਇੱਕ ਪਰਸਨ ਨੂੰ ਲੈ ਕੇ ਚੱਲਦੀ ਹੈ, ਚਾਹੇ ਉਹ ਹਮੇਸ਼ਾ ਸੋਸ਼ਲ ਓਬਜੈਕਟਿਵ ਨੂੰ ਵੀ ਲੈ ਕੇ ਚੱਲਦੀ ਹੈ, ਇੰਪਲਾਈ ਨੂੰ ਵੀ ਲੈ ਕੇ ਚੱਲਦੀ ਹੈ, ਕਸਟਮਰ ਨੂੰ ਵੀ ਲੈ ਕੇ ਚੱਲਦੀ ਹੈ, ਸਪਲਾਇਰ ਨੂੰ ਵੀ ਲੈ ਕੇ ਚੱਲਦੀ ਹੈ। ਹਮੇਸ਼ਾ ਹਰ ਕੁਆਲਿਟੀ ਪ੍ਰੋਵਾਈਡ ਕਰਦੀ ਹੈ, ਬੈਟਰ ਤੋਂ ਬੈਟਰ ਕੁਆਲਿਟੀ ਪ੍ਰੋਵਾਈਡ ਕਰਦੀ ਹੈ, ਜਿਹਦੇ ਨਾਲ ਕੀ ਹੈ ਹਰ ਮਤਲਬ ਪਰਸਨ ਆਪਣੇ ਜਿਹੜੇ ਬਿਜ਼ਨਸ ਦੀ ਜ਼ਿਆਦਾ ਮਤਲਬ ਤਾਰੀਫ ਕਰੇ, ਅਤੇ ਜਿਸ ਨਾਲ ਕੀ ਹੈ ਆਪਣੇ GDP ਨੂੰ ਵੀ ਇਨਕਰੀਜ਼ ਕਰ ਸਕਦੀ ਹੈ, ਜਿਹਦੇ ਨਾਲ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਵੱਧ ਤੋਂ ਵੱਧ ਸੇਲ ਹੁੰਦੀ ਹੈ, ਜਿਹਦੇ ਨਾਲ ਇਹਨਾਂ ਦੀ ਪ੍ਰੋਡਕਸ਼ਨ ਵੀ ਵੱਧਦੀ ਹੈ ਅਤੇ ਸੇਲ ਵੀ ਵੱਧਦੀ ਹੈ, ਜਿਹਦੇ ਨਾਲ ਇਹਨਾਂ ਟਾਰਗੇਟ ਵੀ ਸਾਰੇ ਕੀ ਹੁੰਦੇ ਨੇ, ਅਚੀਵ ਹੁੰਦੇ ਨੇ। ਇਹ ਸਾਰੀ ਚੀਜ਼ਾਂ ਕੀ ਹੈ ਮੈਨੇਜਮੈਂਟ ਦੁਆਰਾ ਹੀ ਹੋ ਪਾਉਂਦੀਆਂ ਨੇਗੀਆਂ। ਤਾਂ ਸਟੂਡੈਂਟਸ ਇਹ ਵਾਲਾ ਜਿਹੜਾ ਕੇਸ ਸਟੱਡੀ ਹੈ ਤੁਹਾਡਾ ਹੋਮਵਰਕ ਹੈ, ਅਤੇ ਜਿੰਨਾ ਵੀ ਤੁਹਾਨੂੰ ਮੈਂ ਕਰਵਾਇਆ ਸਾਰਾ ਤੁਹਾਡਾ ਹੋਮਵਰਕ ਹੈ ਕਿ ਤੁਸੀਂ ਸਾਰਾ ਯਾਦ ਕਰਨਾ, ਠੀਕ ਹੈ ਸਟੂਡੈਂਟਸ। ਅਤੇ ਹੁਣ ਮੈਂ ਤੁਹਾਡੇ ਵਾਸਤੇ ਮਤਲਬ ਪਹਿਲਾ ਚੈਪਟਰ ਵੀ ਸਟਾਰਟਿੰਗ ਤੋਂ ਵੀ ਕਰਵਾਉਣ ਲੱਗ ਗਿਆ, ਅਤੇ ਸਾਰੀ ਚੀਜ਼ਾਂ ਤੁਹਾਨੂੰ A to Z ਪ੍ਰੋਵਾਈਡ ਕਰਵਾ ਰਿਹਾ, ਠੀਕ ਹੈ। ਅਤੇ ਇਕੱਲੀ ਚੀਜ਼ ਹੁਣ ਤੁਹਾਨੂੰ ਮੈਂ ਪੂਰੀ ਕਰਵਾ ਦੂੰਗਾ, ਅਤੇ ਹੁਣ ਵੀ ਅਤੇ ਪੂਰੀ ਕੇਸ ਸਟੱਡੀ ਵੀ A to Z ਕਰਵਾ ਦੂੰਗਾ, ਠੀਕ ਹੈ। ਅਤੇ ਹੋਰ ਵੀ ਇਸ ਤੋਂ ਇਲਾਵਾ ਹੋਰ ਕੋਈ ਕਮੀ ਪੇਸ਼ੀ ਨਹੀਂ ਬਚੇਗੀ। ਫਿਰ ਵੀ ਜੇਕਰ ਤੁਸੀਂ ਨਹੀਂ ਪੜ੍ਹਦੇ ਤਾਂ ਇਸ ਲਈ ਤੁਸੀਂ ਫੇਲੀਅਰ ਹੋ ਇਸ ਚੀਜ਼ ਵਾਸਤੇ, ਠੀਕ ਹੈ। ਅਤੇ ਤੁਹਾਡੇ ਲਈ ਬੈਸਟ ਤੋਂ ਬੈਸਟ ਫੈਸਿਲਿਟੀ ਪ੍ਰੋਵਾਈਡ ਕਰਵਾ ਰਿਹਾ। ਅਤੇ ਇਹ ਮੇਰੀ ਜਿਹੜੀ ਵੀਡੀਓ ਹੈ YouTube ਦੇ ਵਿੱਚ ਸੇਵ ਹੋ ਜਾਂਦੀ ਹੈ, ਅਤੇ ਤੁਸੀਂ ਮੇਰੇ ਜਿਹੜਾ ਚੈਨਲ ਬਣਿਆ ਹੋਇਆ ਉਹਦੇ ਵਿੱਚ ਕੀ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ। ਤਾਂ ਉਸ ਚੈਨਲ ਦੇ ਥਰੂ ਮਾਧਿਅਮ ਰਾਹੀਂ ਜਿਹੜੀ ਵੀ ਮੈਂ ਵੀਡੀਓ ਪਾਈ ਜਾਊਂਗਾ ਉਹ ਤੁਹਾਨੂੰ ਮਿਲਦੀ ਰਹੇਗੀ, ਠੀਕ ਹੈ। ਉਹ ਉੱਥੋਂ ਸੇਵ ਵੀ ਹੋ ਜਾਏਗੀ, ਅਤੇ ਤੁਹਾਨੂੰ ਜਦੋਂ ਵੀ ਟਾਈਮ ਲੱਗਦਾ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ, ਠੀਕ ਹੈ। ਤਾਂ ਦੁਬਾਰਾ ਰਿਵੀਜ਼ਨ ਜਦੋਂ ਕਰੋਗੇ, ਰਿਵੀਜ਼ਨ ਦੇ ਟਾਈਮ ਵੀ ਇਹ ਵੀਡੀਓ ਦੇਖ ਸਕਦੇ ਹੋ, ਜਿਸ ਨਾਲ ਕੀ ਹੋ ਜਾਏਗਾ ਤੁਹਾਡਾ ਕੰਮ ਬੜਾ ਆਸਾਨ ਹੋ ਜਾਏਗਾ। ਅਤੇ ਬਸ ਇਹੀ ਹੈ, ਅਤੇ ਆਪਣਾ ਖਿਆਲ ਰੱਖੋ, ਸੁਰੱਖਿਅਤ ਰਹੋ। ਜੈ ਹਿੰਦ।